ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ। ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਿ ਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦੁਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਵਿੰਦ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਮੈਂ ਨਾਹੀ ਕਛ ਹਉ ਨਹੀਂ, ਕਛ ਆਹੇ ਨ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ 10 ਪਾਤਸ਼ਾਹੀਆਂ ਦੀ ਆਤਮਕ ਜੋਤ। ਸਰਬ ਮਨੁੱਖਤਾ ਦੇ ਸਾਂਝੇ ਰਹਿਬਰ, ਸਰਬ ਮਾਨਵਤਾ ਦੇ ਮਾਰਗ ਦਰਸ਼ਕ, ਸਰਕਾਰੇ ਕੁਲ ਆਲਮ ਹਜੂਰੇ ਅਨਵਰ ਪਾਤਸ਼ਾਹ। ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ, ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤਿਨਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜੁੜ ਬੈਠ ਕੇ ਔਰ ਲਾਈਵ ਟੈਲੀਕਾਸਟ ਦੇ ਰਾਹੀਂ ਪੂਰੇ ਸੰਸਾਰ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਅੱਜ ਦੇ ਇਸ ਪਾਵਨ ਦਰਬਾਰ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਸਾਰੇ ਮਾਈ ਭਾਈ ਬੜੇ ਅਦਬ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਸਤਿਗੁਰਾਂ ਨੂੰ ਸੀਸ ਝੁਕਾਓ।
ਅਤੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਬਾਲਾ ਪ੍ਰੀਤਮ ਸਤਿਗੁਰ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਨਾਮ ਸਿਮਰਨ, ਗੁਰਬਾਣੀ ਦੇ ਨਿਤਨੇਮ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤੇ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਕਾਰਜ ਸਿੰਘ ਜੀ, ਤਿਨਾਂ ਦੇ ਪਾਸੋਂ ਆਪ ਜੀ ਨੇ ਆਸਾ ਜੀ ਦੀ ਵਾਰ ਦਾ ਰਸ ਭੈਨਾ ਕੀਰਤਨ ਸਰਵਣ ਕੀਤਾ ਹੈ। ਅਸਥਾਨ ਦੇ ਮੁੱਖ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦੀ ਰਸਨਾ ਤੋਂ ਅੱਜ ਦੇ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ, ਜੋ ਕਿ ਮਹਾਨ ਵਿਦਵਾਨ ਵੀ ਨੇ, ਇਸ ਅਸਥਾਨ ਦੇ ਮੁੱਖ ਗ੍ਰੰਥੀ ਵੀ ਨੇ, ਔਰ ਸਮੇਂ-ਸਮੇਂ ਉਹਨਾਂ ਦੀ ਰਸਨਾ ਦੇ ਪਾਸੋਂ ਆਪ ਜੀ ਗੁਰਬਾਣੀ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ ਸਰਵਣ ਕਰਦੇ ਹੋ। ਸਤਿਗੁਰ ਨੇ ਰਹਿਮਤ ਕੀਤੀ ਹੈ। ਸੁਭਾਗਾ ਸਮਾਂ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਦਾਸ ਨੂੰ ਬਖਸ਼ਿਸ਼ ਹੋਇਆ। ਕੱਲ ਦੇ ਦੀਵਾਨ ਦੀ ਵੀ ਹਾਜ਼ਰੀ ਭਰੀ ਸੀ। ਸਤਿਗੁਰ ਤਰੁੱਠੇ ਨੇ, ਇੱਕ ਦਿਨ ਦਾ ਸਮਾਂ ਹੋਰ ਆਪ ਜੀ ਦਾ ਪ੍ਰਾਪਤ ਹੋਇਆ। ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਇਸ ਸ਼ਬਦ ਦੀ ਵਿਚਾਰ ਤੋਂ ਉਪਰੰਤ ਆਪ ਪਾਸੋਂ ਖਿਮਾ ਮੰਗ ਲੈਣੀ ਹੈ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ। ਫਿਰ ਜਦੋਂ ਕਦੇ ਸਮਾਂ ਬਣਿਆ, ਨਦੀ ਨਾਵ ਸੰਜੋਗੀ ਮੇਲੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਸਮਾਂ ਸਤਿਗੁਰ ਬਖਸ਼ਿਸ਼ ਕਰਨ ਸਮਾਂ ਪ੍ਰਾਪਤ ਹੋਵੇਗਾ, ਦਰਸ਼ਨ ਦਿਦਾਰੇ ਕਰਾਂਗੇ। ਆਓ ਗੁਰੂ ਪਿਆਰਿਓ, ਸਤਿਗੁਰਾਂ ਦੇ ਪਾਵਨ ਅਸਥਾਨ ਤੇ ਸ੍ਰੀ ਜਪਜੀ ਸਾਹਿਬ ਦੀ ਜੋ ਵਿਚਾਰ ਚੱਲ ਰਹੀ ਹੈ, ਲੜੀਵਾਰ ਕਥਾ ਦੇ ਦੌਰਾਨ ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜਪਜੀ ਸਾਹਿਬ ਦੀ ਪਾਵਨ ਬਾਣੀ ਬ੍ਰਹਮ ਗਿਆਨ ਦੀ ਬਾਣੀ, ਬਾਣੀ ਦਾ ਸ਼ਬਦ ਸਾਨੂੰ ਬ੍ਰਹਮ ਦਾ ਗਿਆਨ ਬਖਸ਼ਿਸ਼ ਕਰਦਾ। ਏਕ ਓਂਕਾਰ ਤੋਂ 18 10 20 ਤੱਕ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਆਤਮਿਕ ਜੀਵਨ ਬਖਸ਼ਿਸ਼ ਕਰਦੀ ਹੈ। ਜਿੱਥੇ ਦੁਨਿਆਵੀ ਤੌਰ ਤੇ ਵਿਚਰਨ ਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਮਾਰਗ ਦਰਸ਼ਨ ਕਰਦੇ ਹੈ ਕਿ ਸੰਸਾਰ ਦੇ ਵਿੱਚ ਅਸੀਂ ਆਏ ਕੀ ਕਰਨ ਵਾਸਤੇ ਹਾਂ, ਅਸੀਂ ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ। ਇਹ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਤੇ ਸਤਿਗੁਰ ਦੇ ਉਪਦੇਸ਼ ਸਾਨੂੰ ਦੱਸਦੇ ਆ ਕਿ ਭਾਈ ਤੇਰੀ ਤਰਜ਼ ਜ਼ਿੰਦਗੀ, ਤੇਰੀ ਜੀਵਨ ਚਰਿਆ ਕਿਸ ਤਰੀਕੇ ਦੇ ਨਾਲ ਹੋਵੇ। ਸਤਿਗੁਰਾਂ ਨੇ ਰੱਬੀ ਬਾਣੀ 'ਚ ਉਪਦੇਸ਼ ਬਖਸ਼ਿਆ, ਔਰ ਉਪਦੇਸ਼ ਵੀ ਐਸਾ ਜੋ ਚੌਂ ਵਰਨਾ ਕੋ ਸਾਂਝਾ, ਸਾਰੀ ਮਨੁੱਖਤਾ ਦੇ ਵਾਸਤੇ। ਦੁਨੀਆ ਦੇ ਸਾਰੇ ਧਰਮ ਗ੍ਰੰਥ ਸਤਿਕਾਰਯੋਗ ਹੈ, ਜਿਨ੍ਹਾਂ ਨੇ ਧਰਮ ਦਾ ਰਾਹ ਮਨੁੱਖਤਾ ਨੂੰ ਦੱਸਿਆ, ਪਰ ਆਪੋ ਆਪਣੇ ਧਰਮ ਦੇ ਲੋਕਾਂ ਨੂੰ ਉਪਦੇਸ਼ ਕਰਨਾ, ਆਪੋ ਆਪਣੇ ਧਰਮ ਦੇ ਪੈਰੋਕਾਰਾਂ ਦਾ ਮਾਰਗ ਦਰਸ਼ਨ ਕਰਨਾ। ਪਰ ਇੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਯੂਨੀਵਰਸਲ ਗਿਆਨ ਹੈ, ਸਾਰੀ ਮਨੁੱਖਤਾ ਦੇ ਵਾਸਤੇ, ਸਾਰੇ ਸੰਸਾਰ ਨੂੰ ਇਹ ਉਪਦੇਸ਼ ਹੈ। ਕੋਈ ਮੁਸਲਮਾਨ ਵੀਰ ਉਪਦੇਸ਼ ਲਵੇ, ਕੋਈ ਬ੍ਰਾਹਮਣ ਲਵੇ, ਕੋਈ ਸਿੱਖ ਲਵੇ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਨੂੰ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਮੁਸਲਮਾਨ ਨੂੰ ਆਖਿਆ ਮੁਸਲਮਾਨ ਮੋਮ ਦਿਲ ਹੋਵੇ, ਅੰਤਰ ਕੀ ਮਲ ਦਿਲ ਤੇ ਧੋਵੈ। ਮੁਸਲਮਾਨ ਨੂੰ ਉਪਦੇਸ਼ ਬਖਸ਼ਿਆ ਪੰਜ ਨਿਵਾਜਾ ਵਕਤ ਪੰਜ ਪੰਜੇ ਪੰਜਾ ਨਾਓ, ਪਹਿਲਾ ਸੱਚ ਹਲਾਲ ਦੋਇ ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਣਾਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮੁਸਲਮਾਨ ਵੀਰ ਨੂੰ ਉਪਦੇਸ਼ ਬਖਸ਼ਿਆ, ਬ੍ਰਾਹਮਣ ਨੂੰ ਉਪਦੇਸ਼ ਬਖਸ਼ਿਆ ਸੋਈ ਬ੍ਰਾਹਮਣ ਜੋ ਬਿੰਦੈ ਬ੍ਰਹਮ। ਬ੍ਰਾਹਮਣ ਕੌਣ ਹੈ? ਜਿਹੜਾ ਬ੍ਰਹਮ ਨੂੰ ਬਿੰਦਦਾ, ਬ੍ਰਹਮ ਨੂੰ ਜਾਣਦਾ, ਸੋ ਬ੍ਰਾਹਮਣ ਹੈ। ਔਰ ਬ੍ਰਹਮ ਬਿੰਦੈ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਭਾਏ।
ਸਤਿਗੁਰਾਂ ਨੇ ਪੰਡਤ ਨੂੰ ਉਪਦੇਸ਼ ਬਖਸ਼ਿਆ, ਸੋ ਪੰਡਤ ਜੋ ਮਨ ਪਰ ਬੁੱਧ ਹੈ। ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕਹਿ ਉਪਦੇਸ਼ ਜਗ ਜੀਵੈ। ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਉਪਦੇਸ਼ ਬਖਸ਼ਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠਾਰ ਨਾਮ ਧਿਆਵੈ। ਇਹ ਨਹੀਂ ਕਿ ਸਾਰੀ ਰਾਤ ਗੁਰਮੁਖ ਪਿਆਰਿਓ ਆਰਾਮ ਦੀ ਨੀਂਦਰ ਸੌਣਾ, ਘੂਕ ਨੀਂਦਰ ਸੌਣਾ, ਤੇ ਸਵੇਰੇ ਅੰਮ੍ਰਿਤ ਵੇਲੇ ਵੀ ਨਹੀਂ ਉੱਠਣਾ। ਜਦੋਂ ਸੂਰਜ ਉਦੇ ਹੋ ਜਾਂਦਾ ਉਸ ਵੇਲੇ ਕਛਹਿਰਾ ਪਰਨਾ ਲੈ ਕੇ ਸਿੱਖ ਬਾਥਰੂਮ ਵੱਲ ਜਾਵੇ ਤੇ ਜੇ ਪੁੱਛ ਲਓ ਕੀ ਕਰਦਾ, ਇਸ਼ਨਾਨ ਕਰਨ ਲੱਗਿਆ। ਇਹ ਕੋਈ ਇਸ਼ਨਾਨ ਦਾ ਸਮਾਂ ਨਹੀਂ ਹੈ। ਇਸ਼ਨਾਨ ਤੇ ਸਤਿਗੁਰ ਨੇ ਅੰਮ੍ਰਿਤ ਵੇਲੇ ਦਾ ਦੱਸਿਆ। ਹੁਣ ਤੇ ਕਹਿ ਸਕਦਾ ਵੀ ਤਨ ਧੋਣ ਚੱਲਿਆ, ਮੈਂ ਸੁਸਤੀ ਲਾਉਣ ਚੱਲਿਆ। ਇਸ਼ਨਾਨ ਤਾਂ ਅੰਮ੍ਰਿਤ ਵੇਲੇ ਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਧਿਆਵੈ। ਸਿੱਖ ਨੂੰ ਉਪਦੇਸ਼ ਬਖਸ਼ਿਆ। ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ 4 ਦਰਵਾਜ਼ੇ, ਸ੍ਰੀ ਹਰਿਮੰਦਰ ਸਾਹਿਬ ਕੇ ਚਾਰੇ ਦਰਵਾਜ਼ਿਆਂ, ਚਾਰੇ ਦਿਸ਼ਾਵਾਂ ਤੋਂ ਔਰ ਚਾਰੇ ਪਾਸਿਓਂ ਕੋਈ ਕਿਸੇ ਧਰਮ ਦਾ, ਕਿਸੇ ਭਾਈਚਾਰੇ ਦਾ ਮਨੁੱਖ, ਕਿਸੇ ਜਾਤ ਗੋਤ ਕੁਲ ਵਰਨ ਦਾ, ਕਿਉਂਕਿ ਇੱਥੇ ਕੋਈ ਜਾਤ ਪਾਤ ਨਹੀਂ, ਇੱਥੇ ਕੋਈ ਜਾਤ ਕੁਲ ਵਰਨ ਨਹੀਂ ਹੈ। ਜੋ ਗੁਰੂ ਦਾ ਉਪਦੇਸ਼ ਹੈ, ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਦੇ ਉਪਦੇਸ਼ ਤੋਂ ਪਛੜੇ ਹਾਂ। ਜਿਸ ਦਲਦਲ ਚੋਂ ਸਾਡੇ ਸਤਿਗੁਰ ਨੇ ਸਾਨੂੰ ਕੱਢਿਆ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਦਾ ਉਪਦੇਸ਼ ਦੇ ਕੇ, ਜਿਸ ਦਲਦਲ ਚੋਂ ਸਾਡੇ ਸਤਿਗੁਰ ਨੇ ਸਾਨੂੰ ਸੰਗਤ ਪੰਗਤ ਦਾ ਸਿਧਾਂਤ ਦੇ ਕੇ ਕੱਢਿਆ, ਜਿਸ ਦਲਦਲ ਚੋਂ ਸਾਨੂੰ ਇੱਕ ਖੰਡੇ ਬਾਟੇ ਦੀ ਪਹੁਲ ਦੇ ਕੇ ਸਾਨੂੰ ਸਤਿਗੁਰ ਨੇ ਕੱਢਿਆ, ਅਸੀਂ ਉਸੇ ਦਲਦਲ 'ਚ ਫਸਦੇ ਜਾ ਰਹੇ ਹਾਂ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋੜ ਪਰੇ ਦਾ ਉਪਦੇਸ਼ ਦੇ ਕੇ ਜਿਸ ਦਲਦਲ 'ਚੋਂ ਕੱਢਿਆ। ਭਾਈਚਾਰੇ ਦਾ ਉਪਦੇਸ਼, ਸਾਰੀ ਮਨੁੱਖਤਾ ਨੂੰ ਇੱਕ ਵਾਹਿਗੁਰੂ ਦੀ ਜੋਤ, ਏਕ ਨੂਰ ਤੇ ਸਭ ਜਗ ਉਪਜਿਆ। ਹਿੰਦੂ ਤੁਰਕ ਰਾਫ ਜੀ ਕੋਊ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਪਰ ਅੱਜ ਗੁਰਮੁਖ ਪਿਆਰਿਓ ਜਾਤਾਂ ਗੋਤਾਂ ਧਰਮਾਂ ਦੇ ਨਾਂ ਤੇ ਵੰਡੀਆਂ, ਮਨੁੱਖਤਾ 'ਚ ਵੰਡੀਆਂ, ਊਚ ਨੀਚਤਾ 'ਚ ਵੰਡੀਆਂ, ਜਿਹੜੀਆਂ ਅਸੀਂ ਗੁਰਮੁਖ ਪਿਆਰਿਓ ਜਿਸ ਦਲਦਲ 'ਚੋਂ ਸਾਡੇ ਸਤਿਗੁਰੂ ਨੇ ਸਾਨੂੰ ਬਾਹਰ ਕੱਢਿਆ, ਉਪਦੇਸ਼ ਦਿੱਤਾ, ਉਸੇ ਦਲਦਲ 'ਚ ਫਸਦੇ ਜਾ ਰਹੇ। ਕਿਉਂ? ਗੁਰਬਾਣੀ ਦਾ ਉਪਦੇਸ਼ ਨਹੀਂ ਮੰਨਿਆ, ਗੁਰੂ ਦਾ ਹੁਕਮ ਨਹੀਂ ਮੰਨਿਆ। ਜੋ ਸਤਿਗੁਰਾਂ ਨੇ ਸਰੀਰਕ ਜਾਮਿਆਂ 'ਚ ਵਿਚਰ ਕੇ ਸਾਨੂੰ ਉਪਦੇਸ਼ ਦ੍ਰਿੜ ਕਰਵਾਇਆ, ਪਹਿਲੇ ਪਾਤਸ਼ਾਹ ਤੋਂ ਲੈ 10ਵੇਂ ਪਾਤਸ਼ਾਹ ਤੱਕ, ਕਿਉਂਕਿ ਇੱਕ ਜੋਤ ਵੱਖ-ਵੱਖ ਜਾਮਿਆਂ ਦੇ ਅੰਦਰ ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਤੇ ਉਹੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਸੁਭਾਏਮਾਨ। ਕਿਉਂਕਿ ਗੁਰਮੁਖ ਪਿਆਰਿਓ, ਗੁਰੂ ਨਾਨਕ ਨੇ ਗੁਰੂ ਜੋਤ ਗੁਰੂ ਅੰਗਦ ਵਿੱਚ, ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਜੋਤ ਗੁਰੂ ਅਮਰਦਾਸ ਵਿੱਚ, ਇਸੇ ਤਰ੍ਹਾਂ ਪਰਪਾਟੀ ਮਰਜ਼ਾਦਾ ਚੱਲਦੀ ਆਈ। ਔਰ 10ਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਜੋਤ ਗੁਰ ਸ਼ਬਦ ਦੇ ਅੰਦਰ, ਜਿਹੜੀ ਜੋਤ ਗੁਰੂ ਨਾਨਕ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਪ੍ਰਗਟ ਹੋਈ, ਉਹ ਮੁੜ ਕੇ ਸੰਸਾਰ ਤੋਂ ਵਾਪਸ ਨਹੀਂ ਗਈ ਕਿਤੇ। ਉਹ ਜੋਤ ਅੱਜ ਵੀ ਸੁਭਾਏਮਾਨ ਹੈ। 10 ਜਾਮਿਆਂ 'ਚ ਵਰਤਨ ਤੋਂ ਬਾਅਦ ਅੱਜ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਉਹੀ ਜੋਤ, ਜੋਤ ਉਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਔਰ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਓ ਅੱਜ ਲੋੜ ਹੈ ਗੁਰਮੁਖ ਪਿਆਰਿਓ ਸਾਨੂੰ ਸਤਿਗੁਰ ਦੇ ਉਪਦੇਸ਼ਾਂ ਨੂੰ ਹਿਰਦੇ 'ਚ ਧਾਰਨ ਦੀ। ਮਾਫ ਕਰਨਾ, ਅਸੀਂ ਸਤਿਗੁਰ ਦੇ ਉਪਦੇਸ਼ਾਂ ਤੋਂ ਦੂਰ ਗਏ ਹਾਂ, ਤਾਂ ਕਰਕੇ ਅੱਜ ਇਹਨਾਂ ਹਾਲਾਤਾਂ 'ਚੋਂ ਸਾਨੂੰ ਗੁਜ਼ਰਨਾ ਪੈ ਰਿਹਾ। ਸਰਕਾਰਾਂ ਦੇ ਅੰਦਰ ਤੇ ਗੁਰਮੁਖ ਪਿਆਰਿਓ ਰਿਜ਼ਰਵੇਸ਼ਨ ਦੀ ਗੱਲ ਦੇਖੇ, ਉਹਦੇ ਅੰਦਰ ਤੇ ਕੈਟਾਗਰੀ ABC ਦੇਖੀ, ਕੋਈ BC ਹੈ, ਕੋਈ SC ਹੈ। ਸੰਸਾਰ ਦੇ ਅੰਦਰ ਜਾਂ ਆਪਣੇ ਦੇਸ਼ ਦੇ ਅੰਦਰ ਸੰਵਿਧਾਨ ਦੇ ਅੰਦਰ ਐਸੀਆਂ ਕੈਟਾਗਰੀਆਂ ਦਾ ਜ਼ਿਕਰ ਦੇਖਿਆ, ਪਰ ਜਿਹੜਾ ਗੁਰੂ ਦਾ ਦੁਆਰਾ ਸੀ, ਅਸੀਂ ਤੇ ਉੱਥੇ ਵੀ ਗੁਰਮੁਖ ਪਿਆਰਿਓ ਐਸੀਆਂ ਗੱਲਾਂ ਬਣਾ ਲਈਆਂ। ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਪਾਰਲੀਮੈਂਟ ਹੈ। ਕਈ ਵਾਰ ਅਸੀਂ ਮਿੰਨੀ ਪਾਰਲੀਮੈਂਟ ਵੀ ਕਹਿ ਦਿੰਦੇ, ਪਰ ਜਿੱਥੇ ਸਿੱਖ ਧਰਮ ਦੀ ਗੱਲ, ਸਿੱਖ ਪੰਥ ਦੀ ਗੱਲ, ਉੱਥੇ ਸਿੱਧੇ ਤੌਰ ਤੇ ਪਾਰਲੀਮੈਂਟ ਦੀ ਗੱਲ ਆ।
ਪਰ ਉਹਦੇ ਅੰਦਰ ਵੀ ਜਦੋਂ ਗੁਰਮੁਖ ਪਿਆਰਿਓ ਇਲੈਕਸ਼ਨ, ਕਿਉਂਕਿ ਭਾਰਤੀ ਸੰਵਿਧਾਨ ਅਨੁਸਾਰ ਇਲੈਕਸ਼ਨ ਹੁੰਦਾ ਐਕਟ 1925 ਦੇ ਅਨੁਸਾਰ, ਤੇ ਜਦੋਂ ਉਹਦਾ ਵੋਟਰ ਬਣਨਾ ਉਦੋਂ ਵੀ ਲਿਖਣਾ ਪੈਂਦਾ ਹੈ ਕਿਹੜਾ ਸਿੱਖ ਹੈ, ਜੱਟ ਸਿੱਖ, ਇਹ ਨਾਈ ਸਿੱਖ, ਇਹ ਝੀਵਰ ਸਿੱਖ। ਜਿਸ ਗੁਰੂ ਦੇ ਦੁਆਰੇ ਦਾ ਪ੍ਰਬੰਧ ਕਰਨਾ, ਜਿਸ ਗੁਰੂ ਦੇ ਦੁਆਰੇ ਦਾ ਜਿੱਥੇ ਗੁਰੂ ਸਾਹਿਬ ਸੁਭਾਏਮਾਨ, ਤੇ ਜਿਸ ਗੁਰੂ ਦਾ ਉਪਦੇਸ਼ ਹੈ ਕਿ ਜਾਤ ਪਾਤ ਤੋਂ ਉੱਪਰ ਉੱਠਣਾ, ਉਸੇ ਸਥਾਨ ਦੇ ਪ੍ਰਬੰਧ ਦਾ ਜੇਕਰ ਮੈਂਬਰ ਬਣਨਾ ਤੇ ਉੱਥੇ ਗੁਰਮੁਖ ਪਿਆਰਿਓ ਜਾਤ ਪਾਤ ਲਿਖਣੀ ਪੈਂਦੀ ਫਾਰਮ ਦੇ ਅੰਦਰ। ਇਹ ਸਾਡਾ ਦੁਖਾਂਤ ਆ। ਮੈਂ ਸਮਝਦਾ ਪੰਥ ਨੂੰ ਸਿਰ ਜੋੜ ਕੇ ਜਿੱਥੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨੇ, ਉੱਥੇ ਇਸ ਮੁਸ਼ਕਲ ਵੱਲ ਔਰ ਇਸ ਗੁਰੂ ਦੇ ਸਿਧਾਂਤ ਤੋਂ ਉਲਟੀ ਗੱਲ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਕਿ ਗੁਰੂ ਨੇ ਜਦੋਂ ਇੱਕ ਸੰਗਤ ਪੰਗਤ ਦਾ ਸਿਧਾਂਤ ਦੇ ਦਿੱਤਾ, ਇੱਕ ਖੰਡੇ ਬਾਟੇ ਦਾ ਅੰਮ੍ਰਿਤ ਦੇ ਦਿੱਤਾ, ਤਾਂ ਫਿਰ ਇਹੋ ਜਿਹੀਆਂ ਜਗ੍ਹਾ ਜਿਹੜੀਆਂ ਸਾਨੂੰ ਮਨੁੱਖਤਾ ਨੂੰ ਜਾਤਾਂ ਗੋਤਾਂ 'ਚ ਵੰਡਦੀਆਂ ਨੇ, ਇਹਦੇ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ। ਗੁਰੂ ਦੇ ਸਿਧਾਂਤ ਨੂੰ ਹਿਰਦੇ 'ਚ ਮੰਨ ਕੇ ਤਾਂ ਹੀ ਸਾਡਾ ਭਲਾ ਹੋ ਸਕਦਾ। ਜਾਤਾਂ ਗੋਤਾਂ ਦੇ ਨਾਂ ਤੇ ਅੰਮ੍ਰਿਤ ਵੱਖਰਾ ਕਰ ਲਿਆ, ਜਾਤਾਂ ਗੋਤਾਂ ਦੇ ਨਾਂ ਤੇ ਬਰਤਨ ਵੱਖਰੇ ਕਰ ਲਏ, ਕਈ ਅਸਥਾਨਾਂ ਦੇ ਉੱਪਰ ਕਹਿ ਦਿੱਤਾ ਜੀ ਸਾਡੇ ਮਹਾਂਪੁਰਸ਼ਾਂ ਦੀ ਮਰਜ਼ਾਦਾ। ਗੁਰਮੁਖ ਪਿਆਰਿਓ, ਮਰਿਆਦਾ ਮਹਾਂਪੁਰਸ਼ਾਂ ਦੀ ਵੱਡੀ ਹੈ ਕਿ ਗੁਰੂ ਦੀ ਮਰਜ਼ਾਦਾ ਵੱਡੀ ਹੈ? ਮਹਾਂਪੁਰਸ਼ਾਂ ਦਾ ਸਤਿਕਾਰ ਹੈ, ਜਿਨ੍ਹਾਂ ਨੇ ਗੁਰਮੁਖ ਪਿਆਰਿਓ ਰੱਬ ਦਾ ਨਾਮ ਜਪਿਆ ਜਪਾਇਆ, ਪਰ ਮਰਜ਼ਾਦਾ ਤੇ ਗੁਰੂ ਕੀ ਹੈ? ਅਸੀਂ ਗੁਰੂ ਦੇ ਸਿੱਖ ਹਾਂ, ਮਹਾਂਪੁਰਸ਼ਾਂ ਦੇ ਸਿੱਖ ਨਹੀਂ। ਮੈਂ ਬੇਨਤੀ ਕਰਦਿਆਂ ਭਾਵੇਂ ਕੋਈ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਇਸ ਗੱਲ ਤੇ ਉੱਤੇ ਜ਼ਾਹਰ ਕਰੇ, ਪਰ ਜਿੱਥੇ ਗੁਰੂ ਦੇ ਸਿਧਾਂਤ ਦੀ ਗੱਲ ਆ, ਗੁਰ ਮਰਿਆਦਾ ਦੀ ਗੱਲ ਆ, ਉਹ ਕਹਿਣੀ ਪਵੇਗੀ। ਸਤਿਗੁਰਾਂ ਨੇ ਵੀ ਆਖਿਆ ਬੋਲ ਸੋ ਧਰਮੀੜਿਆ ਮੋਣ ਕਤ ਧਾਰੀ ਰਾਮ। ਜੇ ਤੇਰੀਆਂ ਅੱਖਾਂ ਦੇ ਸਾਹਮਣੇ ਗਲਤ ਹੋ ਰਿਹਾ ਤੇ ਤੂੰ ਬੋਲ, ਉਥੇ ਮੋਨੀ ਨਾ ਬਣ। ਉਥੇ ਇਹ ਨਹੀਂ ਕਿ ਗੁਰਮੁਖ ਪਿਆਰਿਓ ਕਿਸੇ ਆਪਣੇ ਡੇਰੇਦਾਰ ਦੀ ਜਾਂ ਆਪਣੇ ਕਿਸੇ ਦੀ ਗੱਲ ਆ ਉਹਨੂੰ ਛਪਾ ਲੈ, ਉਥੋਂ ਮੂੰਹ ਵੱਟ ਲੈ ਪਾਸੇ ਨੂੰ, ਦੂਸਰਿਆਂ ਬਾਰੇ ਕਹਿ ਆਪਣੇ ਬਾਰੇ ਕਹਿ ਕੁਛ ਨਾ। ਫਿਰ ਤੇ ਗੁਰਮੁਖ ਪਿਆਰਿਓ ਬਾਣੀ ਦਾ ਬਚਨ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮਰਿਆਦਾ ਗੁਰੂ ਕੀ ਹੈ? ਮਰਿਆਦਾ ਕਿਸੇ ਡੇਰੇ ਦੀ ਨਹੀਂ, ਮਰਿਆਦਾ ਕਿਸੇ ਸੰਤ ਮਹਾਂਪੁਰਸ਼ ਦੀ ਨਹੀਂ। ਅੱਜ ਅਸੀਂ ਕਹਿੰਦੇ ਸਾਡੇ ਮਹਾਂਪੁਰਸ਼ਾਂ ਦੀ ਮਰਿਆਦਾ ਚਲਾਈ ਹੋਈ। ਮਾਫ ਕਰਨਾ, ਕਈ ਜਗ੍ਹਾ ਤੇ ਅਰਦਾਸਾਂ ਵੀ ਹੁੰਦੀਆਂ ਤੇ ਉੱਥੇ ਕਿਹਾ ਜਾਂਦਾ ਮਹਾਂਪੁਰਸ਼ਾਂ ਦੀ ਚਲਾਈ ਹੋਈ ਮਰਿਆਦਾ ਅਨੁਸਾਰ ਇੱਥੇ ਆਹ ਕਾਰਜ ਕੀਤਾ ਜਾ ਰਿਹਾ। ਗੁਰਮੁਖੋ, ਜੇ ਆਪੋ ਆਪਣੇ ਮਹਾਂਪੁਰਸ਼, ਆਪੋ ਆਪਣੇ ਡੇਰੇ, ਆਪੋ ਆਪਣੀਆਂ ਮਰਿਆਦਾਵਾਂ, ਤੇ ਫਿਰ ਗੁਰੂ ਦੀ ਗੱਲ ਕਿੱਥੇ ਰਹਿ ਜਾਵੇਗੀ? ਮਰਿਆਦਾ ਗੁਰੂ ਕੀ ਹੈ? ਮਹਾਂਪੁਰਸ਼ਾਂ ਦਾ ਸਤਿਕਾਰ ਹੈ। ਜੇ ਉਹਨਾਂ ਨੂੰ ਪੁੱਛਿਆ ਜਾਵੇ ਜਿਨ੍ਹਾਂ ਦੇ ਨਾਂ ਤੇ ਅਸੀਂ ਵੰਡੀਆਂ ਪਾਈਆਂ, ਉਹ ਤੇ ਗੁਰੂ ਦੀ ਮਰਿਆਦਾ ਮੰਨਦੇ ਰਹੇ, ਉਹ ਤੇ ਗੁਰੂ ਦਾ ਉਪਦੇਸ਼ ਕਰਦੇ ਰਹੇ, ਉਹਨਾਂ ਦੀ ਤੇ ਡਿਊਟੀ ਗੁਰੂ ਦਾ ਨਾਮ ਜਪਾਉਣ ਦੀ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਉਹਨਾਂ ਦੀ ਤੇ ਨਾਮ ਜਪਾਉਣ ਦੀ ਡਿਊਟੀ, ਵੱਖਰੀਆਂ ਮਰਿਆਦਾਵਾਂ ਚਲਾਉਣ ਦੀ ਡਿਊਟੀ ਨਹੀਂ ਮਹਾਂਪੁਰਸ਼ਾਂ ਦੀ। ਪਰ ਸਾਡਾ ਦੁਖਾਂਤ ਹੈ ਅੱਜ। ਮਾਫ ਕਰਿਓ ਗੁਰਮੁਖ ਪਿਆਰਿਓ, ਉਸ ਪਾਸੇ ਧਿਆਨ ਦੇਣ ਦੀ ਲੋੜ ਹੈ। ਦੁਖਾਂਤ ਵੀ ਤਾਂ ਬਣਿਆ ਕਿ ਜਿਸ ਸਾਡੇ ਕੇਂਦਰੀ ਸਥਾਨ ਦੇ ਉੱਤੋਂ ਇਸ ਮਰਿਆਦਾ ਨੂੰ ਇੱਕ ਕੀਤਾ ਜਾਣਾ ਸੀਗਾ, ਇਹਨਾਂ ਜਿਹੜੇ ਪੰਥ ਵਿੱਚ ਮਸਲੇ ਵਖਰੇਵੇਂ ਆ, ਦੁਬਧਾਵਾਂ, ਇਹਨਾਂ ਨੂੰ ਦੂਰ ਕੀਤਾ ਜਾਣਾ ਸੀਗਾ। ਉੱਥੇ ਗੁਰਮੁਖ ਪਿਆਰਿਓ ਸਿਆਸਤ ਦਾ ਕਬਜ਼ਾ ਹੋ ਗਿਆ ਤੇ ਸੌੜੀ ਸਿਆਸਤ ਨੇ ਸਾਡੇ 'ਚ ਹੋਰ ਵੰਡੀਆਂ ਪਾਈਆਂ, ਸਗੋਂ ਇਹਨਾਂ ਵੰਡੀਆਂ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ। ਜੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੋ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਆ, ਸਾਡਾ ਕੇਂਦਰੀ ਅਸਥਾਨ ਹੈ, ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਸ ਜਗ੍ਹਾ ਦੇ ਉੱਪਰੋਂ ਗੁਰਮੁਖ ਪਿਆਰਿਓ ਕੌਮ ਨੂੰ ਇੱਕ ਕਰਨ ਦੀ ਗੱਲ, ਇਹ ਦੁਬਧਾਵਾਂ ਨੂੰ, ਪੰਥ ਵਿੱਚ ਜਿਹੜੀਆਂ ਦੁਬਧਾਵਾਂ ਉਹਨਾਂ ਨੂੰ ਖਤਮ ਕਰਨ ਦੀ ਗੱਲ, ਮਰਿਆਦਾਵਾਂ ਦੇ ਵਖਰੇਵੇਂ ਖਤਮ ਕਰਨ ਦੀ ਗੱਲ, ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਸਿਰ ਜੋੜ ਕੇ ਬਿਠਾ ਲਿਆ ਜਾਵੇ ਪੰਥ ਦੇ ਵਿਦਵਾਨਾਂ ਨੂੰ। ਤੇ ਗੁਰਮੁਖ ਪਿਆਰਿਓ, ਜਿਹੜਾ ਭਾਵੇਂ ਮਹੀਨਾ ਮੰਥਨ ਚੱਲੇ, ਭਾਵੇਂ 1 ਸਾਲ ਚੱਲੇ, ਦਲੀਲ ਨਾਲ ਗੱਲਬਾਤ ਹੋਵੇ ਤੇ ਜਿਹੜਾ ਰਿਜ਼ਲਟ ਨਿਕਲੇ, ਜਿੱਥੇ ਜਾ ਕੇ ਸਹਿਮਤੀ ਬਣੇ, ਉਹ ਪੰਥ ਦੇ ਕੌਮ ਦੇ ਸਾਹਮਣੇ ਕਰ ਦਿੱਤਾ ਜਾਵੇ। ਦੁਬਧਾਵਾਂ ਦੂਰ ਕਿਉਂ ਨਹੀਂ ਹੋ ਸਕਦੀਆਂ? ਵਖਰੇਵੇਂ ਦੂਰ ਕਿਉਂ ਨਹੀਂ ਹੋ ਸਕਦੇ? ਮਰਿਆਦਾ ਇੱਕ ਕਿਉਂ ਨਹੀਂ ਹੋ ਸਕਦੀ? ਹੋ ਸਕਦੀ ਹੈ,
पर जेकर उस अपने पावन श्री अकाल तखत साहब नूं सौड़ी सियासत तो मुक्त कर दिता जाए और ये पंथ का काम है, कौम का काम है, इकल्ले तो कल्ले बंदे का जां इकल्ली तो कल्ली किसी संस्था जथेबंदी का काम नहीं है। जदों साडा श्री अकाल तखत साहब दे सेवादार निरपक्ष काम करनगे बिना किसी डर भै तो उन्हां ते किसी तरह की कोई तलवार नहीं लटकदी होवेगी, किसी परिवार की, किसी धड़े की, किसी सियासत की, निरपक्ष गुरु के सिद्धांत अनुसार, गुरु की बाणी के आसे अनुसार, गुरु के इतिहास, गुरु की मर्यादा अनुसार गलबात होवेगी तो सारे भरम भुलेखियां का हल, सारियां दुविधावां का हल, जिहड़ा सारे मसलियां का जो पंथक मसले उन्हां दा हल हो सकदा है। आओ गुरमुख प्यारिओ इस पासे भी ध्यान देने की लोड़ है। साडे गुरुआं ने गुरमुख प्यारिओ जो सानू उपदेश बख्शिया उस उपदेश नूं धारण करके साडा भला हो सकदा है। आपो अपणियां मर्यादावां, आपो अपने वखरेवे, आपो अपणियां धड़ेबाजियां दे नाल नहीं, गुरु की मर्यादा, गुरु का सिद्धांत और उत्थे एकता और हौमे हंकार नूं छड्ड के प्रैस्टिशू ना बनाया जावे किसी गल दा। हौमे हंकार नूं छड्ड के गुरमुख प्यारो आपो अपणियां मर्यादावां छड्ड के गुरु की मर्यादा। एक बार किसी जगह ते विचार चली किसी इकट्ठ विच, वो कहंदे जी साडे गुरु की साडे महापुरुषां ने आ मर्यादा दिती, साडे आगूआं ने सानू आ मर्यादा दिती। तां मैं बेनती कीती भले मानसो आपो अपनी छड्ड के असीं गुरु की मर्यादा नूं मन लईए। गुरु की मर्यादा वड्डी, असीं गुरु दे सिख हां। गुरु की सिखी गुरु ने साडे ते बख्शां कीतियां। गुरु नानक ने मारिया सिक्का जगत विच, नानक निर्मल पंथ चलाया। हरेक आपो अपनी गुरमुख प्यारिओ डफली बजावेगा तो फिर किस तरह मर्यादा एक, किस तरह सिद्धांत एक होणगे, किस तरह कौमी गल एक होवेगी। और मैं समझदा कि सिख संगतां पंथ इस दे उपर ध्यान देवे, जथेबंदियां नूं आगूआं नूं मजबूर कीता जावे कि वो श्री अकाल तखत साहब ते बैठ के इन्हां दुविधावां दा हल जिहड़े गुरु दे सिद्धांत तो उल्टे आ। गुरु ने ते जात पात दा खंडन कीता। गुरु ने ते आख्या जानो जोत ना पूछो जाति आग्या जात ना है। जिन्हां पहाड़ी राजियां ने साडे सतगुर दे साथियां नूं आख्या सी ये तां नीवियां जातां दे लोग, इन्हां नां अमृत नहीं छकना, साडे लई वखरा बाटा तैयार करो। ते गुरु ने आख्या अमृत इको ही है, वखरा तैयार नहीं हो सकदा। इस अमृत दे नाल सारियां नूं एक करना, तुसीं कहंदे अमृत दा बाटा ही वख कर दिओ। महाराज कहंदे पता कौन ने जिन्हां नूं तुसीं नीवियां जातां दे कहंदे हो, इन्हां दी किरपा नाल ते मैं सजिया युद्ध जिते, इन्हीं के प्रसाद, इन्हीं के प्रसाद सुदान करे। सतगुर सच्चे पातशाह कहंदे इन्हीं के प्रसाद सो विद्या लई, इन्हां दे नाल ही सारा अग औग टरे, इन्हीं के प्रसाद, इन्हां दे किरपा दे सदका ही सारा कुछ होया। ते इन्हीं की किरपा के सजे हम हैं, नहीं मोसो गरीब, करोड़ परे औखे सौखे समय दे साथी है मेरे। ताही सतगुर सच्चे पातशाह प्यार भी इन्ना कीता, जे चमकौर दी गढ़ी विच अखां दे सामने लखते जिगर दे टोटे शहीद होए ते भाई दया सिंह ने आख्या सच्चे पातशाह चमकौर दी गढ़ी नूं छड्ड रहे हो खालसे दा हुक्म मन के, पर तुहाडे पुत्रां दीयां लाशां कफन तो बिना पईयां ने। आ मेरे कोल चादरां हैन, वस्त्र हैन, दोनों अपने पुत्रां दीयां लाशां नूं कफन ते दिंदे जाओ। किदां दे बाप हो तुसीं, किदां दे पिता हो तुसीं। दुनिया दे उपर भावें बड़े ही गरीब मापे जागी उत्ते पए ने, पर कफनों बगैर दसो किहदे पुत गए ने। सच्चे पातशाह बड़े बड़े गरीब मापे ने दुनिया ते, पर उन्हां दे पुत्रां नूं भी कफन जोगे वस्त्र जुड़ जांदे आ। तुसीं ते शहनशाह हो सच्चे पातशाह महाराज, राजे जोगी हो, साहिबे कमाल हो, तुहाडे पुत्रां दीयां लाशां कफन तो बिना। तां मेरे सतगुर सच्चे पातशाह ने आख्या भाई दया सिंह जी, प्यारे दया सिंह जी, जे आ जिन्ने शहीद होए जंग दे मैदान विच सिंह पए आ, जे सारियां दीयां लाशां ढकण जोगा वस्त्र है तां मैं सारियां दीयां लाशां ते कफन पा जाना, पर कल्ले साहिबजादा अजीत सिंह ते साहिबजादा जुझार सिंह दी लाश ते कफन मेरे तो नहीं पैना। क्योंकि सतगुर ने आख्या पाया कफन नहीं इन्हां ते इस करके क्योंकि बाकी सिंह नहीं इन्हां तो घट मेरे।
ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਧੀਆਂ ਬਣਾਇਆ ਸਾਨੂੰ, ਆਪਣੇ ਲਖ ਤੇ ਜਿਗਰ ਦੇ ਟੋਟੇ ਆਪਣੀ ਗੋਦ ਚੋਂ ਕੱਢ ਕੇ ਸਾਡੇ ਤੋਂ ਚਾਰੇ ਕੁਰਬਾਨ ਕਰ ਦਿੱਤੇ ਤੇ ਸਾਨੂੰ ਸਤਿਗੁਰ ਨੇ ਆਪਣੀ ਗੋਦ 'ਚ ਬਿਠਾਇਆ। ਬਚਨ ਕੀ ਕੀਤਾ ਇਤਿਹਾਸਕਾਰ ਲਿਖਦਾ ਕਿ ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ, ਭਾਵੇਂ ਆਪਣੇ ਬਾਗ ਵਿਰਾਨ ਹੋ ਗਏ, ਹੱਥੀਂ ਛਾਂ ਕੀਤੀ ਲੱਖਾਂ ਬੱਚਿਆਂ ਨੂੰ, ਭਾਵੇਂ ਆਪਣੇ ਚਾਰੇ ਕੁਰਬਾਨ ਹੋ ਗਏ। ਗੱਜ ਕੇ ਆਖੋ ਸਤਨਾਮ। ਇੱਕ ਵਾਰ ਫਿਰ ਸਾਰੇ ਗੱਜ ਕੇ ਆਖੋ ਸਤਨਾਮ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ, ਇੰਨਾ ਸਤਿਕਾਰ, ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਨਹੀਂ ਪਾਇਆ। ਤੇ ਅੱਜ ਲੋੜ ਹੈ ਸਾਨੂੰ ਕਲਗੀਧਰ ਦੇ ਪੁੱਤਰੋ ਧੀਓ, ਸਾਬਤ ਸੂਰਤ ਹੋ ਕੇ ਜੀਓ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ। ਕਲਗੀਧਰ ਦੇ ਪੁੱਤਰੋ ਧੀਓ, ਸ਼ਸਤਰਧਾਰੀ ਹੋ ਕੇ ਜੀਓ। ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਮਰਿਆਦਾ ਦਿੱਤੀ, ਔਰ ਗੁਰੂ ਦੀ ਮਰਿਆਦਾ ਨੂੰ ਮੰਨੀਏ। ਜਿਸ ਨੇ ਇੰਨਾ ਮਾਨ ਕੀਤਾ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ। ਆਖਿਆ ਪਹਾੜੀ ਰਾਜਿਓ, ਇਹਨਾਂ ਦੀ ਕਿਰਪਾ ਦੇ ਨਾਲ ਤੇ ਮੈਂ ਸਜਿਆ। ਤੁਸੀਂ ਕਹਿੰਦੇ ਇਹਨਾਂ ਤੋਂ ਬਾਟਾ ਵੱਖਰਾ ਬਣਾ ਦਿਓ, ਮੈਂ ਤੇ ਸਾਰਿਆਂ ਨੂੰ ਇੱਕ ਕੀਤਾ। ਇੱਕ ਸੰਗਤ ਪੰਗਤ ਦਾ ਸਿਧਾਂਤ ਦਿੱਤਾ, ਇੱਕ ਮਰਿਆਦਾ, ਇੱਕ ਬਾਣੀ। ਔਰ ਸਤਿਗੁਰ ਸੱਚੇ ਪਾਤਸ਼ਾਹ ਨੇ ਏਡਾ ਪਰਉਪਕਾਰ ਕੀਤਾ। ਉਹ ਅੱਜ ਲੋੜ ਹੈ ਗੁਰਮੁਖ ਪਿਆਰਿਓ, ਗੁਰੂ ਕੀ ਮਰਿਆਦਾ, ਗੁਰੂ ਕੇ ਸਿਧਾਂਤ, ਗੁਰੂ ਦੇ ਫਲਸਫੇ ਨੂੰ ਹਿਰਦੇ 'ਚ ਵਸਾਉਣਾ। ਜੋ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਗੁਰ ਉਪਦੇਸ਼ ਔਰ ਚੌਂ ਵਰਨਾ ਕੋ ਸਾਂਝਾ, ਸਾਰੀ ਮਨੁੱਖਤਾ ਦੇ ਲਈ, ਸਾਰੇ ਸੰਸਾਰ ਦੇ ਵਾਸਤੇ। ਕੋਈ ਮੁਸਲਮਾਨ ਹੈ, ਕੋਈ ਬ੍ਰਾਹਮਣ ਹੈ, ਕੋਈ ਗੁਰਮੁਖ ਪਿਆਰਿਓ ਸਿੱਖ ਹੈ, ਕਿਸੇ ਧਰਮ ਨਾਲ, ਕਿਸੇ ਜਾਤ ਗੋਤ ਫਿਰਕੇ ਨਾਲ ਸੰਬੰਧ ਰੱਖਦਾ। ਬਾਣੀ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਗੁਰਮੁਖ ਪਿਆਰਿਓ, ਕਿਸੇ ਨੂੰ ਬੁਖਾਰ ਹੋਇਆ ਤੇ ਬੁਖਾਰ ਵਾਲੀ ਗੋਲੀ ਇਹ ਤਾਂ ਹੈ ਨਹੀਂ ਕਿਸੇ ਵਿਸ਼ੇਸ਼ ਜਾਤ ਗੋਤ ਦੇ ਬੰਦੇ ਤੇ ਅਸਰ ਕਰਦੀ ਹੈ, ਦੂਜੇ ਤੇ ਨਹੀਂ ਕਰਦੀ। ਸਿਰ ਦੁਖਦਾ ਗੁਰਮੁਖ ਪਿਆਰਿਓ, ਤਾਂ ਸਿਰ ਦੁਖਦੇ ਦੀ ਗੋਲੀ ਸਾਰਿਆਂ ਤੇ ਅਸਰ ਕਰਦੀ ਹੈ। ਇਹ ਨਹੀਂ ਆ ਕਿਸੇ ਵਿਅਕਤੀ ਵਿਸ਼ੇਸ਼ ਤੇ ਅਸਰ ਕਰਦੀ ਹੈ, ਕਿਸੇ ਜਾਤ ਗੋਤ ਦਾ ਸੰਬੰਧ ਦੇਖਦੀ ਹੈ। ਕਿਸੇ ਦੇ ਸਰੀਰ 'ਚ ਕੋਈ ਦਰਦ ਹੁੰਦਾ ਤੇ ਉਹਦੇ ਵਾਸਤੇ ਜਿਹੜੀ ਗੁਰਮੁਖ ਪਿਆਰਿਓ ਗੋਲੀ ਬਣੀ ਹੈ, ਦਵਾਈ ਬਣੀ ਹੈ, ਇਹ ਨਹੀਂ ਹੈ ਕਿ ਕਿਸੇ ਵਿਅਕਤੀ ਵਿਸ਼ੇਸ਼ ਤੇ ਅਸਰ ਕਰਦੀ ਹੈ, ਜਾਤ ਗੋਤ ਧਰਮ ਵੇਖ ਕੇ ਨਹੀਂ। ਗੁਰਮੁਖ ਪਿਆਰਿਓ ਤਾਂ ਸਾਰਿਆਂ ਦੇ ਉੱਪਰ ਅਸਰ ਕਰਦੀ, ਉਹਦੀ ਤਕਲੀਫ ਨੂੰ, ਦੁੱਖ ਨੂੰ ਦੂਰ ਕਰਦੀ ਹੈ। ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਬਾਣੀ ਸਾਰਿਆਂ ਵਾਸਤੇ ਵਾਹੂ ਵਾਹੂ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਜਿਹੜਾ ਵੀ ਗੁਰਬਾਣੀ ਨੂੰ ਪੜ੍ਹੇਗਾ, ਗੁਰਬਾਣੀ ਨੂੰ ਸੁਣੇਗਾ, ਗੁਰਬਾਣੀ ਨੂੰ ਵਿਚਾਰੇਗਾ ਤੇ ਗੁਰਬਾਣੀ ਦੇ ਸਿਧਾਂਤਾਂ ਨੂੰ ਆਪਣੇ ਹਿਰਦੇ 'ਚ ਪ੍ਰੈਕਟੀਕਲੀ ਜੀਵਨ 'ਚ ਲੈ ਕੇ ਆਵੇਗਾ, ਗੁਰਬਾਣੀ ਤੇ ਅਮਲ ਕਰੇਗਾ। ਗੁਰਮੁਖ ਪਿਆਰਿਓ, ਗੁਰਬਾਣੀ ਨੇ ਤੇ ਉਹਦਾ ਹੀ ਭਲਾ ਕਰਨਾ। ਸੂਰਜ ਚਾਨਣਾ ਦਿੰਦਾ ਸੰਸਾਰ ਨੂੰ, ਕੋਈ ਭਿੰਨ ਭੇਦਤਾ ਨਹੀਂ ਕਰਦਾ ਕਿਸੇ ਨਾਲ, ਕੋਈ ਭੇਦ ਭਾਵਤਾ ਨਹੀਂ ਕਰਦਾ। ਚੰਦਰਮਾ ਦਾ ਚਾਨਣਾ ਕਿਸੇ ਨਾਲ ਭੇਦ ਭਾਵਤਾ ਨਹੀਂ ਕਰਦਾ। ਆ ਲਾਈਟ ਜਗ ਰਹੀ ਹੈ ਗੁਰਮੁਖ ਪਿਆਰਿਓ, ਇਹ ਕਿਸੇ ਨਾਲ ਭੇਦ ਭਾਵਤਾ ਨਹੀਂ ਕਰਦੀ। ਆਪਾਂ ਜਿੰਨੇ ਸਾਰੇ ਬੈਠੇ ਸਾਰਿਆਂ ਨੂੰ ਚਾਨਣਾ ਦੇ ਰਹੀ ਹੈ। ਸੂਰਜ ਸਾਰਿਆਂ ਨੂੰ ਰੋਸ਼ਨੀ ਦਿੰਦਾ। ਔਰ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਧੁਰ ਕੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ, ਸੰਤਾਂ ਭਗਤਾਂ ਗੁਰਸਿੱਖਾਂ ਦੀ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ 36 ਮਹਾਂਪੁਰਸ਼ਾਂ ਦੀ ਬਾਣੀ, ਇਹ ਸਾਰੇ ਸੰਸਾਰ ਲਈ ਚਾਨਣਾ। ਗੁਰਬਾਣੀ ਇਸ ਜਗ ਮਹਿ ਚਾਨਣ। ਮੈਂ ਇੱਕ ਬੇਨਤੀ ਨਾਲ ਕਰਦਿਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਆ ਪਿਛਲੀ ਲੰਘੀ 28 ਤਰੀਕ ਨੂੰ ਭਾਈ ਲਖੀ ਸਾਹਿਬ ਵੰਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੰਤ ਮਹਾਂਪੁਰਸ਼ਾਂ ਵਿਦਵਾਨਾਂ ਨੂੰ ਸੱਦ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਦੀ ਹੋਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਐਲਾਨ ਕੀਤਾ ਗਿਆ। ਧਰਮ ਪ੍ਰਚਾਰ ਤੇ ਜਾਰੀ ਹੈ। ਸਾਰੀਆਂ ਸੰਸਥਾਵਾਂ ਆਪੋ ਆਪਣੇ ਤੌਰ ਤੇ ਕਰ ਰਹੀਆਂ ਨੇ। ਸਾਰੇ ਰਾਗੀ ਢਾਡੀ ਪ੍ਰਚਾਰ ਕਥਾਵਾਚਕ ਆਪੋ ਆਪਣੇ ਤੌਰ ਤੇ ਕਰ ਰਹੇ ਹੈ। ਪੰਥ ਦੀਆਂ ਸੰਸਥਾਵਾਂ ਕਰ ਰਹੀਆਂ ਨੇ। ਪਰ ਦਿੱਲੀ ਕਮੇਟੀ ਨੇ ਇੱਕ ਨਵੇਕਲਾ ਉਪਰਾਲਾ ਕੀਤਾ, ਜਿਸ ਦੀ ਮੈਂ ਸ਼ਲਾਘਾ ਕਰਦਾ। ਮੈਂ ਉਸ ਦਿਨ ਵੀ ਹਾਜ਼ਰ ਹੋਇਆ ਤੇ ਗੁਰਮੁਖ ਪਿਆਰਿਓ 36 ਮਹਾਂਪੁਰਸ਼ਾਂ ਦੇ ਨਾਮ ਤੇ 36 ਸਮਾਗਮ ਪੂਰੀ ਦਿੱਲੀ ਦੇ ਅੰਦਰ ਵੱਖ-ਵੱਖ ਇਲਾਕਿਆਂ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਸਮਾਗਮ, 10 ਪਾਤਸ਼ਾਹੀਆਂ ਦੇ ਨਾਂ ਦੇ ਉੱਤੇ ਗੁਰਮੁਖ ਪਿਆਰਿਓ ਆਪਣਾ ਭਗਤਾਂ ਦੇ ਨਾਮ ਦੇ ਉੱਪਰ, ਭੱਟਾਂ ਦੇ ਨਾਮ ਦੇ ਉੱਪਰ
ਗੁਰਸਿੱਖਾਂ ਦੇ ਨਾਮ ਦੇ ਉੱਪਰ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਆ। ਕਿਤੇ ਭਗਤ ਬਾਬਾ ਕਬੀਰ ਸਾਹਿਬ ਦੇ ਨਾਮ ਤੇ ਸਮਾਗਮ ਹੋਵੇਗਾ, ਕਿਤੇ ਭਗਤ ਨਾਮਦੇਵ ਜੀ ਦੇ ਨਾਮ ਤੇ ਸਮਾਗਮ ਹੋਵੇਗਾ। ਪੰਥ ਦੇ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਸੰਤ ਮਹਾਂਪੁਰਸ਼ ਬੁੱਧੀ ਜੀਵੇ ਉੱਥੇ ਸੰਗਤਾਂ ਨੂੰ ਉਹਨਾਂ ਮਹਾਂਪੁਰਸ਼ਾਂ ਦੇ ਜੀਵਨ, ਉਹਨਾਂ ਦੀ ਗੁਰਬਾਣੀ ਤੇ ਚਾਨਣਾ ਪਾਉਣਗੇ। ਸਾਨੂੰ ਜੋੜਿਆ ਜਾਵੇਗਾ। ਅੱਜ ਲੋੜ ਜੁੜਨ ਦੀ ਹੈ। ਆਪ ਪੜ੍ਹਦੇ ਹੋ, ਆਪ ਸੁਣਦੇ ਹੋ, ਵਿਚਾਰਦੇ ਹੋ, ਪਰ ਇਹ ਵੱਡੇ ਉਪਰਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤੇ ਜਾ ਰਹੇ ਹੈ। ਵਧਾਈ ਦੀ ਪਾਤਰ ਹੈ। 36 ਮਹਾਂਪੁਰਸ਼ਾਂ ਦੇ ਨਾਂ ਤੇ 37 ਵੱਡੇ ਸਮਾਗਮ, ਬਾਕੀ ਵੀ ਸਮਾਗਮ ਨਾਲੋਂ ਨਾਲ ਚੱਲਦੇ ਆ। ਗੁਰਪੁਰਬ, ਸ਼ਹੀਦੀ ਪੁਰਬ, ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ, ਗੁਰਤਾ ਗੱਦੀ ਦਿਹਾੜੇ, ਜੋਤੀ ਜੋਤ ਦਿਹਾੜੇ, ਸ਼ਹੀਦੀ ਦਿਹਾੜੇ ਨਾਲੋਂ ਨਾਲ ਸਾਡੀਆਂ ਪੰਥਕ ਸੰਸਥਾਵਾਂ ਦੇ ਵੱਲੋਂ ਮਨਾਏ ਜਾਂਦੇ ਆ, ਜਿਨ੍ਹਾਂ ਦਾ ਉਹ ਗੁਰਮੁਖ ਪਿਆਰਿਓ ਸੰਦੇਸ਼ ਇਹ ਹੁੰਦਾ ਕਿ ਅਸੀਂ ਗੁਰੂ ਨਾਲ, ਗੁਰੂ ਦੇ ਸਿਧਾਂਤ, ਗੁਰੂ ਦੇ ਉਪਦੇਸ਼ਾਂ ਨਾਲ ਜੁੜਨਾ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ 36 ਮਹਾਂਪੁਰਸ਼ਾਂ ਦੀ ਬਾਣੀ, ਇਹ ਗੁਰਬਾਣੀ ਇਸ ਜੱਗ ਮੈਂ ਚਾਨਣ, ਸਾਰੇ ਸੰਸਾਰ ਲਈ ਚਾਨਣ ਹੈ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀ ਦੁਨੀਆ ਨੂੰ ਰੋਸ਼ਨੀ ਦਿੱਤੀ ਹੈ, ਪ੍ਰਕਾਸ਼ ਦਿੱਤਾ ਹੈ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜੋ ਸਾਨੂੰ ਭੁੱਲਿਆਂ ਨੂੰ ਮਾਰਗ ਬਖਸ਼ਦਾ, ਇਹ ਗੁਰੂ ਸਾਨੂੰ ਵੱਡੇ ਭਾਗਾਂ ਨਾਲ ਪ੍ਰਾਪਤ ਹੋਇਆ। ਸਿੱਖ ਨੂੰ ਗੁਰੂ ਰੂਪ ਦੇ ਅੰਦਰ, ਕਿਉਂਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹੜੀ ਗੁਰਬਾਣੀ ਸਾਰੇ ਸੰਸਾਰ ਨੂੰ ਉਪਦੇਸ਼ ਦਿੰਦੀ ਹੈ, ਚਾਨਣਾ ਦਿੰਦੀ ਹੈ, ਰੋਸ਼ਨੀ ਦਿੰਦੀ ਹੈ, ਅਧਿਆਤਮਕਤਾ ਦਾ ਗੁਰਮੁਖ ਪਿਆਰਿਓ ਚਾਨਣ, ਉਥੇ ਹੀ ਇਹ ਜਿਹੜੀ ਗੁਰਬਾਣੀ ਸਾਨੂੰ ਗੁਰੂ ਰੂਪ ਵਿੱਚ ਮਿਲੀ ਹੈ, ਚਾਨਣ ਸਾਰੇ ਸੰਸਾਰ ਨੂੰ। ਸਿੱਖਾ ਤੇਰੇ ਵੱਡੇ ਭਾਗ ਹੈ ਜਿਹੜਾ ਗੁਰਬਾਣੀ ਦਾ ਚਾਨਣ ਸਾਰੇ ਸੰਸਾਰ ਲਈ ਤੈਨੂੰ ਗੁਰੂ ਰੂਪ ਵਿੱਚ ਪ੍ਰਾਪਤ ਹੋਇਆ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਓ ਸਤਿਗੁਰ ਦੀ ਬਾਣੀ ਨਾਲ, ਗੁਰੂ ਦੇ ਇਤਿਹਾਸ ਦੇ ਨਾਲ ਜੁੜੀਏ। ਜਪਜੀ ਸਾਹਿਬ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। 28ਵੀਂ ਪੌੜੀ ਦੇ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਧਾਂ ਦੇ ਨਾਲ ਗੋਸ਼ਟ। ਅੱਜ ਗੁਰਮੁਖ ਪਿਆਰਿਓ 29ਵੀਂ ਪੌੜੀ ਦਾ ਜਾਪ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਧ ਕਹਿੰਦੇ, ਮਹਾਰਾਜ ਇਹ ਤਾਂ ਅਸੀਂ ਸੁਣ ਲਿਆ ਤੁਸੀਂ ਮੁੰਦਰਾ ਕਿਹੜੀਆਂ ਪਾਈਆਂ ਨੇ, ਇਹ ਤਾਂ ਅਸੀਂ ਸੁਣ ਲਿਆ ਵੀ ਤੁਸੀਂ ਖੈਂਥਾ ਕਿਹੜੀ ਪਾਈ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਜੋਗੀਆਂ ਦੇ ਅੰਦਰ ਭੁਗਤ ਹੁੰਦੀ ਹੈ। ਜੋਗੀਆਂ ਦੇ ਅੰਦਰ ਭੰਡਾਰਨ ਜਿਹੜੀ ਵੰਡਦੀ ਹੈ, ਜੋ ਵੰਡਦਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਜੋਗੀਆਂ ਦੇ ਅੰਦਰ ਨਾਥ, ਮਾਲਕ, ਮੁਖੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਅੰਦਰ ਇਹ ਸਾਰਾ ਕੁਝ ਆਪ ਜੀ ਦੇ ਸਿਧਾਂਤ ਅਨੁਸਾਰ, ਆਪ ਜੀ ਦੇ ਮਤ ਅਨੁਸਾਰ ਤਾਂ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਸਤਿਗੁਰੂ ਨਾਨਕ ਸਾਹਿਬ ਕਹਿੰਦੇ, ਇਹ ਸਿੱਧੋ ਗਿਆਨ ਸਾਡੀ ਭੁਗਤ ਆ, ਅਸੀਂ ਗਿਆਨ ਦਾ ਭੋਜਨ ਕਰਦੇ ਆ। ਬ੍ਰਹਮ ਗਿਆਨੀ ਤਿਸ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਅਖੰਡ ਕੀਰਤਨ ਤਿਸ ਭੋਜਨ ਚੂਰਾ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਸਾਡੀ ਭੁਗਤ ਆ, ਗਿਆਨ ਸਾਡੀ ਖੁਰਾਕ ਆ। ਔਰ ਦਇਆ ਭੰਡਾਰਨ, ਜਿਹੜੀ ਦਇਆ ਕਰਨੀ ਹੈ ਇਹ ਸਾਡੀ ਭੰਡਾਰਨ ਆ। ਦਇਆ ਦੇ ਵਿੱਚੋਂ ਹੀ, ਦਇਆ ਹੀ ਸਾਰਾ ਕੁਝ ਬਖਸ਼ਿਸ਼ ਕਰਦੀ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਜਦੋਂ ਸਤਿਗੁਰਾਂ ਨੇ ਪੰਥ ਸਾਜਿਆ ਉਦੋਂ ਵੀ ਪਹਿਲੇ ਕੌਣ ਆਏ? ਭਾਈ ਦਇਆ ਰਾਮ। ਆਖਿਆ ਮੈਂ ਧਰਮ ਸਾਜਣਾ ਸੀ ਤੇ ਧਰਮ ਦਇਆ ਚੋਂ ਪੈਦਾ ਹੁੰਦਾ। ਬਹੁਤ ਚੰਗਾ ਕੀਤਾ ਦਇਆ ਰਾਮਾ, ਤੂੰ ਪਹਿਲਾਂ ਆ ਕੇ ਸੀਸ ਦੀ ਭੇਟਾ ਦੇ ਰਿਹਾ। ਪੰਜ ਪਿਆਰੇ ਸਾਹਿਬਾਨਾਂ ਦੇ ਨਾਂ ਵਿੱਚ ਵੀ ਫਿਲਾਸਫੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦਇਆ ਚੋਂ ਧਰਮ ਪੈਦਾ ਹੁੰਦਾ, ਦਇਆ ਧਰਮ ਕਾ ਮੂਲ ਹੈ। ਤੇ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਦਇਆ ਭੰਡਾਰਨ। ਤੇ ਜਿਵੇਂ ਤੁਸੀਂ ਨਾਦ ਵਜਾਉਂਦੇ ਹੋ, ਨਾਦ ਨਾਲ ਜੁੜੇ ਸਤਿਗੁਰ ਕਹਿੰਦੇ ਜਿਹੜਾ ਹਰੇਕ ਘਟ ਘਟ ਵਿੱਚ, ਕਣ ਕਣ ਦੇ ਵਿੱਚ ਪਰਮਾਤਮਾ ਦੀ ਆਵਾਜ਼ ਹੋ ਰਹੀ ਹੈ। ਘਟ ਘਟ ਵਾਜੈ ਨਾਦ। ਜਿਵੇਂ ਸਤਿਗੁਰਾਂ ਨੇ ਆਰਤੀ ਉਤਾਰ ਕੇ ਆਖਿਆ, ਛੋਟੀ ਜੀ ਥਾਲੀ ਛੋਟੇ ਜੇ ਦੀਵੇ ਨਹੀਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੂ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਹੜਾ ਘਟ ਘਟ ਦੇ ਅੰਦਰ
ਕਣ ਕਣ ਦੇ ਅੰਦਰ ਨਾਦ ਹੋ ਰਿਹਾ, ਸ਼ਬਦ ਹੋ ਰਿਹਾ, ਆਵਾਜ਼ ਹੋ ਰਹੀ ਹੈ, ਉਹ ਪਰਮਾਤਮਾ ਦੀ, ਉਹਨੂੰ ਸਰਵਣ ਕਰਨਾ ਇਹੀ ਸਾਡਾ ਨਾਦ ਹੈ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਤੇ ਸਤਿਗੁਰ ਕਹਿੰਦੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਨਾਥ ਆ, ਮਾਲਕ ਆ, ਖਸਮ ਆ, ਇੱਕੋ ਵਾਹਿਗੁਰੂ। ਕਿਉਂਕਿ ਏਕਾ ਪੁਰਖ ਸਬਾਈ ਨਾਰ, ਉਹ ਵਾਹਿਗੁਰੂ ਅਕਾਲ ਪੁਰਖ ਹੀ ਇੱਕੋ ਨਾਥ ਆ, ਸਾਡਾ ਮਾਲਕ ਆ। ਅਸੀਂ ਉਸੇ ਨੂੰ ਨਾਥ ਮੰਨਦੇ ਹਾਂ। ਤੇ ਉਹ ਨਾਥ ਜਿਹਦੇ ਹੁਕਮ ਦੇ ਵਿੱਚ ਸਾਰੀ ਲੁਕਾਈ ਨੱਥੀ ਹੋਈ ਹੈ, ਨਾਥੀ ਸਭ ਜਾ ਕੀ, ਜਿਹਦੇ ਹੁਕਮ ਦੇ ਅੰਦਰ, ਜਿਹਨੇ ਹਰੇਕ ਦੇ ਨੱਕ ਦੇ ਅੰਦਰ ਜੇਵਰੀ ਪਾਈ ਹੋਈ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਏ। ਹਰੇਕ ਦੇ ਗਲ ਵਿੱਚ ਉਹਦੇ ਹੁਕਮ ਦੀ ਜੇਵੜੀ ਹੈ, ਹੁਕਮ ਦੀ ਰੱਸੀ, ਹੁਕਮ ਦੀ ਸੰਗਲੀ ਹੈ। ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਸਤਿਗੁਰ ਕਹਿੰਦੇ ਉਹ ਨਾਥ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਆਪ ਹੈ ਤੇ ਨਾਥੀ ਸਭ ਜਾ ਕੀ। ਇਹ ਸਾਰੀ ਸ੍ਰਿਸ਼ਟੀ ਜਿਹੜੀ ਆ ਉਸ ਪਰਮਾਤਮਾ ਦੇ ਹੁਕਮ ਵਿੱਚ ਨੱਥੀ ਹੋਈ ਆ। ਤੇ ਸਿੱਧ ਜੋਗੀ ਕਹਿੰਦੇ ਸਾਡੇ ਕੋ ਰਿੱਧੀਆਂ ਸਿੱਧੀਆਂ, ਰਿੱਧੀਆਂ ਸਿੱਧੀਆਂ ਨਾਲ ਛੋਟੇ ਜੇ ਹੋ ਜਾਣਾ, ਵੱਡੇ ਹੋ ਜਾਣਾ, ਇੱਕ ਜਗ੍ਹਾ ਤੋਂ ਦੂਜੀ ਥਾਂ ਤੇ ਚਲੇ ਜਾਣਾ, ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਉਹ ਰਿੱਧੀਆਂ ਸਿੱਧੀਆਂ ਤੋਂ ਨਿਰਲੇਪ ਰਹਿੰਦਾ, ਭਾਵੇਂ ਕਿ ਸਾਰੀਆਂ ਉਹਦੇ ਪਿੱਛੇ ਘੁੰਮਦੀਆਂ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਪਰ ਸਤਿਗੁਰਾਂ ਆਖਿਆ ਜਿਹੜਾ ਬੰਦਾ ਰਿੱਧੀਆਂ ਸਿੱਧੀਆਂ ਤੁਲਝ ਜਾਂਦਾ ਉਹ ਪਰਮਾਤਮਾ 'ਚ ਲੀਨ ਨਹੀਂ ਹੋ ਸਕਦਾ, ਉਹ ਵਾਹਿਗੁਰੂ ਅਕਾਲ ਪੁਰਖ ਨਾਲ ਇਕਮਿਕ ਨਹੀਂ ਹੋ ਸਕਦਾ। ਉਹ ਤੇ ਰਿੱਧੀਆਂ ਸਿੱਧੀਆਂ ਤੁਲਝ ਜਾਵੇਗਾ ਕਿ ਮੇਰੇ ਕੋਲ ਤਾਕਤਾਂ ਆ ਗਈਆਂ, ਉਹਨਾਂ ਤਾਕਤਾਂ ਦੀ ਵਰਤੋਂ ਦੁਰਵਰਤੋਂ ਕਰਕੇ ਉਲਝ ਜਾਵੇਗਾ। ਤਾਂ ਹੀ ਸਤਿਗੁਰਾਂ ਆਖਿਆ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਜਿੱਥੇ ਰਿੱਧੀਆਂ ਸਿੱਧੀਆਂ ਆ ਗਈਆਂ ਬੰਦਾ ਨਾਮ ਤੋਂ ਦੂਰ ਹੋ ਜਾਂਦਾ। ਤੇ ਸਤਿਗੁਰਾਂ ਨੇ ਤਾਂ ਹੀ ਆਖਿਆ ਭਾਈ ਰਿੱਧ ਸਿੱਧ ਅਵਰਾ ਸਾਧ, ਜਿਹੜੇ ਉਹ ਵਾਹਿਗੁਰੂ ਅਕਾਲ ਪੁਰਖ ਨੂੰ ਆਪਣਾ ਨਾਥ ਮਾਲਕ ਮੰਨਦੇ ਆ, ਉਹਦੇ ਹੁਕਮ ਵਿੱਚ ਸਾਰੀ ਲੁਕਾਈ ਨੂੰ ਨਥਿਆ ਮੰਨਦੇ ਆ, ਉਹ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਦੂਰ ਰਹਿੰਦੇ। ਅਸੀਂ ਰਿੱਧੀਆਂ ਸਿੱਧੀਆਂ ਦੇ ਸਵਾਦਾਂ ਤੋਂ ਦੂਰ ਆ, ਕਿਉਂਕਿ ਰਿੱਧ ਸਿੱਧ ਅਵਰਾ ਸਾਧ, ਇਹਨਾਂ ਦੇ ਤੇ ਸਵਾਦ ਹੀ ਹੋ ਰਿਹਾ। ਅਵਰਾ ਭਾਵ ਹੋਰ, ਸਾਧ ਭਾਵ ਸਵਾਦ। ਇਹ ਰਿੱਧੀਆਂ ਸਿੱਧੀਆਂ ਦਾ ਸਵਾਦ ਬੰਦੇ ਨੂੰ ਆਪਣੀ ਮੰਜ਼ਲੇ ਮਕਸੂਦ ਤੋਂ ਭਟਕਾ ਦਿੰਦਾ, ਉਹ ਵਾਹਿਗੁਰੂ ਨਾਲ ਇਕਮਿਕ ਨਹੀਂ ਹੋਣ ਦਿੰਦਾ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਤੇ ਸਤਿਗੁਰ ਕਹਿੰਦੇ ਸੰਜੋਗ ਤੇ ਵਿਜੋਗ, ਮਿਲਾਪ ਤੇ ਵਿਛੋੜਾ, ਇਹ ਸੰਸਾਰ ਦੀ ਕਾਰ ਚਲਾ ਰਹੇ ਆ। ਸੰਸਾਰ ਇਸੇ ਨਾਲ ਚੱਲ ਰਿਹਾ। ਸੰਜੋਗ ਤੇ ਵਿਜੋਗ, ਚੰਗੇ ਕਰਮਾਂ ਦੇ ਨਾਲ ਮਿਲਾਪ ਬਣਨਾ ਸ਼ੁਭ ਚੀਜ਼ਾਂ ਦਾ, ਔਰ ਮਾੜੇ ਕਰਮਾਂ ਨਾਲ ਗੁਰਮੁਖ ਪਿਆਰਿਓ ਮਾੜੇ ਕਰਮਾਂ ਦਾ ਮਿਲਾਪ। ਪਰ ਜਦੋਂ ਚੰਗੇ ਕਰਮ ਆ ਫਿਰ ਸੰਜੋਗ, ਤੇ ਜਦੋਂ ਚੰਗੇ ਕਰਮ ਗੁਰਮੁਖ ਪਿਆਰਿਓ ਮਾੜੇ ਕਰਮਾਂ ਤੋਂ ਵਿਜੋਗ ਹੋ ਜਾਣਾ, ਮਾੜੇ ਕਰਮਾਂ ਤੋਂ ਦੂਰੀ ਬਣ ਜਾਣੀ, ਸ਼ੁਭ ਗੁਣਾਂ ਨੂੰ ਧਾਰਨ ਕਰ ਲੈਣਾ, ਅਸ਼ੁਭ ਗੁਣਾਂ ਨੂੰ ਔਗਣਾਂ ਨੂੰ ਛੱਡ ਦੇਣਾ। ਕਿਉਂਕਿ ਨਾਨਕ ਅਵਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਜਿੰਨੇ ਵੀ ਔਗਣ ਆਏ ਮਨੁੱਖ ਦੇ ਗਲੇ ਦੀਆਂ ਫਾਹੀਆਂ ਨੇ, ਔਰ ਜਿੰਨੇ ਵੀ ਗੁਣ ਨੇ ਸੱਚੇ ਭੈਣ ਭਰਾ ਨੇ, ਇਹਨਾਂ ਨੇ ਲੋਕ ਪਰਲੋਕ ਵਿੱਚ ਸੁੱਖ ਹੀ ਦੇਣੇ ਆ। ਸੰਜੋਗ ਤੇ ਵਿਜੋਗ, ਮਿਲਾਪ ਤੇ ਵਿਛੋੜਾ, ਇਹ ਦੋਵੇਂ ਸੰਸਾਰ ਦੀ ਕਾਰ, ਜੋ ਸੰਸਾਰ ਚੱਲ ਰਿਹਾ, ਸੰਸਾਰ ਦੀ ਮਿਤ ਮਰਿਆਦਾ ਚੱਲ ਰਹੀ, ਦੁਨੀਆ ਚੱਲ ਰਹੀ ਹੈ, ਇਹ ਮਿਲਾਪ ਤੇ ਵਿਛੋੜੇ ਦੇ ਨਾਲ। ਲੇਖੇ ਆਵੇ ਭਾਗ, ਤੇ ਆਪਣੀ ਪਰਾ ਲਬਦ ਅਨੁਸਾਰ ਮਨੁੱਖ ਨੂੰ ਗੁਰਮੁਖ ਪਿਆਰਿਓ ਆਪਣੇ ਕਰਮਾਂ ਅਨੁਸਾਰ ਉਸ ਨੂੰ ਜਿਹੜੀਆਂ ਦਾਤਾਂ ਨੇ ਉਹ ਪ੍ਰਾਪਤ ਹੁੰਦੀਆਂ ਨੇ। ਜਿਸ ਤਰ੍ਹਾਂ ਜੋਗੀਆਂ 'ਚ ਛਾਂਦੇ ਵੰਡੇ ਜਾਂਦੇ ਸੀ ਪੁਰਾਣੇ ਸਮੇਂ ਦੇ ਅੰਦਰ, ਅੱਜ ਗੁਰਮੁਖ ਪਿਆਰਿਓ ਮਰਿਆਦਾਵਾਂ ਖਤਮ ਹੋ ਗਈਆਂ। ਪੁਰਾਣੇ ਸਮੇਂ ਦੇ ਅੰਦਰ ਇਹ ਗੱਲਾਂ ਸਨ। ਅੱਜ ਵੀ ਕਿਤੇ ਕਿਤੇ ਜੋਗੀਆਂ ਦੇ ਅੰਦਰ, ਨਾਥਾਂ ਦੇ ਅੰਦਰ, ਸਾਧੂਆਂ ਦੇ ਅੰਦਰ ਇਹ ਮਿਤ ਮਰਿਆਦਾਵਾਂ ਚੱਲਦੀਆਂ। ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕਿਸਮਤ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਜੋ ਭਾਗਾਂ 'ਚ ਪਰਾ ਲਬਦ ਅਨੁਸਾਰ ਉਹੀ ਮਨੁੱਖ ਨੂੰ ਪ੍ਰਾਪਤ ਹੁੰਦਾ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। 28ਵੀਂ ਪੌੜੀ ਦੀ 29ਵੀਂ ਪੌੜੀ ਦੀ ਸਮਾਪਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਚਾਰਨ ਕਰਦੇ ਭਾਈ ਸਾਡੀ ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦੇਸ਼ ਭਾਵ ਨਮਸਕਾਰ, ਨਮਸਕਾਰ ਹੈ ਕਿਸ ਨੂੰ? ਜੋ ਆਦੇਸ਼, ਜਿਹੜਾ ਦੇਸ਼ ਕਾਲ ਵਸਤੂ ਤੋਂ ਰਹਿਤ ਹੈ, ਜਿਹੜਾ ਨਾ ਸਮੇਂ ਦੇ ਅਧੀਨ ਹੈ,
ਨਾ ਇਲਾਕੇ ਦੇ ਅਧੀਨ। ਇਹ ਤਾਂ ਕਿਹਾ ਨਹੀਂ ਜਾ ਸਕਦਾ ਵੀ ਉਹ ਕੱਲ ਨਹੀਂ ਸੀ ਅੱਜ ਆ, ਜਾਂ ਅੱਜ ਨਹੀਂ ਆ ਕੱਲ ਨੂੰ ਹੋਵੇਗਾ। ਉਹ ਕੱਲ ਵੀ ਸੀ, ਉਹ ਅੱਜ ਵੀ ਹੈ, ਉਹ ਕੱਲ ਨੂੰ ਵੀ ਹੋਵੇਗਾ। ਜਦੋਂ ਕੁਝ ਵੀ ਨਹੀਂ ਸੀ ਉਸ ਵੇਲੇ ਵੀ ਉਹ ਪਰਮਾਤਮਾ ਅਕਾਲ ਪੁਰਖ ਸੀ। ਅੱਜ ਵੀ ਜਦੋਂ ਉਹਨੇ ਸਾਰਾ ਸੰਸਾਰ ਏਕ ਕਵਾਵੈ ਤੇ ਸਭ ਹੋਵਾ, ਜਿਹੜਾ ਸੰਸਾਰ ਰਚਿਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ, ਅੱਜ ਵੀ ਉਹ ਕਣ ਕਣ 'ਚ ਮੌਜੂਦ ਆ। ਤੇ ਜਦੋਂ ਮਹਾਪਰਲੋ ਕੁਝ ਵੀ ਨਹੀਂ ਹੋਵੇਗਾ, ਉਹ ਪਰਮਾਤਮਾ ਅਕਾਲ ਪੁਰਖ ਉਦੋਂ ਵੀ ਹੋਵੇਗਾ। ਉਹ ਦੇਸ਼ ਕਾਲ ਵਸਤੂ ਤੋਂ ਰਹਿਤ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਡੀ ਉਹਨੂੰ ਆਦੇਸ਼ ਹੈ, ਨਮਸਕਾਰ ਹੈ। ਤੇ ਉਪਦੇਸ਼ ਦਿੱਤਾ ਸਾਨੂੰ ਕਿ ਭਾਈ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ ਆ ਜਾਓ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਮਰਪਿਤ ਹੋ ਜਾਓ। ਜਿਸ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੀ ਸਾਰਾ ਸੰਸਾਰ ਜਿਹੜਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ 'ਚ ਹੀ ਸਾਜਿਆ, ਉਹਦੇ ਹੁਕਮ ਵਿੱਚ ਹੀ ਮਹਾਪਰਲੋ ਹੋ ਜਾਣੀ, ਲੈ ਹੋ ਜਾਣਾ। ਤੇ ਉਸ ਵਾਹਿਗੁਰੂ ਨੂੰ ਸਮਰਪਿਤ ਹੋ ਜਾ, ਤੇਰੇ ਵੱਸ ਕੁਝ ਨਹੀਂ ਹੈ। ਮਾਰੈ ਰਾਖੈ ਏਕੋ ਆਪ, ਮਾਨਸ ਕਹਿ ਕਿਸ ਨਾਹੀ ਹਾਥ। ਮਨੁੱਖ ਦੇ ਕੁਝ ਹੱਥ ਵਿੱਚ ਨਹੀਂ ਹੈ। ਉਹ ਮਾਰਦਾ ਵੀ ਪਰਮਾਤਮਾ, ਰੱਖਦਾ ਵੀ ਪਰਮਾਤਮਾ, ਪੈਦਾ ਵੀ ਉਹ ਕਰਦਾ, ਪ੍ਰਤਪਾਲਣਾ ਵੀ ਉਹ ਕਰਦਾ। ਕਈ ਵਾਰ ਅਸੀਂ ਕਹਿ ਦਿੰਦੇ ਮਿਹਨਤ ਮੇਰੀ ਤੇ ਰਹਿਮਤ ਤੇਰੀ, ਕਿ ਪਰਮਾਤਮਾ ਮਿਹਨਤ ਮੈਂ ਕਰਨੀ, ਰਹਿਮਤ ਤੂੰ ਕਰਨੀ। ਨਹੀਂ ਗੁਰਮੁਖੋ, ਰਹਿਮਤ ਵੀ ਉਸ ਦੀ ਹੈ ਤੇ ਮਿਹਨਤ ਵੀ ਉਸ ਦੀ ਹੈ। ਜੇ ਉਹ ਵਾਹਿਗੁਰੂ ਤੰਦਰੁਸਤ ਸਰੀਰ ਦੇਵੇਗਾ ਤਾਂ ਹੀ ਮਿਹਨਤ ਕਰ ਸਕਾਂਗੇ। ਤੇ ਮਿਹਨਤ ਵੀ ਤਾਂ ਉਸੇ ਨੇ ਬਖਸ਼ਣੀ ਆ। ਜੇ ਉਹਨੇ ਅੱਖਾਂ 'ਚ ਜੋਤ ਦਿੱਤੀ, ਅੱਖਾਂ ਵੇਖਦੀਆਂ ਹੈ, ਕੰਨ ਸੁਣਦੇ ਆ। ਜੇ ਉਹਦੀ ਜੋਤ ਹੈ ਅੰਦਰ ਪਰਮਾਤਮਾ ਦੀ, ਤਾਂ ਹੀ ਰਸਨਾ ਬੋਲਦੀ ਹੈ, ਤਾਂ ਹੀ ਹੱਥ ਪੈਰ ਕੰਮਕਾਰ ਕਰਦੇ, ਤਾਂ ਹੀ ਦਿਮਾਗ ਸੋਚਦਾ ਸਾਡਾ। ਤੇ ਜੇ ਪਰਮਾਤਮਾ ਦੀ ਰਹਿਮਤ ਨਾ ਹੋਵੇ ਤੇ ਗੁਰਮੁਖ ਪਿਆਰਿਓ, ਇਹੀ ਅੱਖਾਂ ਨੇ ਦੇਖਣਾ ਨਹੀਂ, ਇਹੀ ਕੰਨਾਂ ਨੇ ਸੁਣਨਾ ਨਹੀਂ, ਇਹੀ ਰਸਨਾ ਨੇ ਬੋਲਣਾ ਨਹੀਂ, ਇਹਨਾਂ ਹੱਥਾਂ ਪੈਰਾਂ ਨੇ ਵਰਕ ਨਹੀਂ ਕਰਨਾ ਜਦੋਂ ਉਹਦੀ ਰਹਿਮਤ ਨਾ ਰਹੀ, ਉਹਦੀ ਜੋਤ ਨਾ ਰਹੀ। ਇਸ ਕਰਕੇ ਰਹਿਮਤ ਵੀ ਉਸ ਦੀ ਹੈ ਤੇ ਮਿਹਨਤ ਵੀ ਉਹੀ ਬਖਸ਼ਦਾ। ਮਿਹਨਤ ਵੀ ਉਸ ਪਰਮਾਤਮਾ ਦੀ ਬਖਸ਼ੀ ਹੈ ਤੇ ਰਹਿਮਤ ਵੀ ਉਸੇ ਦੀ ਹੈ। ਸੋ ਇਸ ਕਾਰਨ ਕਰਕੇ ਸਾਨੂੰ ਹਮੇਸ਼ਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਸਮਰਪਿਤ ਰਹਿੰਦੇ ਆ। ਉਹਦੇ ਹੁਕਮ ਦੇ ਅੰਦਰ ਸੰਸਾਰ ਵਿੱਚ ਵਿਚਰਨਾ ਚਾਹੀਦਾ। ਕਿਸੇ ਦਾ ਬੁਰਾ ਨਹੀਂ ਕਰਨਾ, ਮਾੜਾ ਨਹੀਂ ਕਰਨਾ, ਧਰਮ ਦੇ ਰਾਹ ਤੇ ਚੱਲਣਾ, ਭਾਈਚਾਰੇ ਪਿਆਰ ਨਾਲ ਰਹਿਣਾ, ਦੇਸ਼ ਕੌਮ ਧਰਮ ਦੀ ਮਨੁੱਖਤਾ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿਣਾ। ਇਹੀ ਗੁਰੂ ਦੇ ਦੁਆਰੇ ਤੇ ਆ ਕੇ ਅਸੀਂ ਗਿਆਨ ਦੀ ਬਖਸ਼ਿਸ਼ ਲੈਣੀ ਹੈ। ਇੱਥੇ ਜਦੋਂ ਗੁਰੂ ਦੇ ਦੁਆਰੇ ਤੇ ਆਉਣਾ, ਦਰਸ਼ਨ ਕਰਨੇ, ਇੱਥੇ ਸਰਬੱਤ ਦਾ ਭਲਾ ਮੰਗਣਾ, ਕਿਸੇ ਦਾ ਬੁਰਾ ਨਹੀਂ ਮੰਗਣਾ। ਸਤਿਗੁਰ ਸੱਚੇ ਪਾਤਸ਼ਾਹ ਦੇ ਦਰ ਤੇ ਆ ਕੇ ਸਰਬੱਤ ਦਾ ਭਲਾ, ਇਹ ਨਹੀਂ ਕਹਿਣਾ ਕਿ ਮੇਰਾ ਭਲਾ ਹੋ ਜੇ ਤੇ ਗੁਆਂਢੀ ਦਾ ਬੁਰਾ ਹੋ ਜੇ। ਨਹੀਂ, ਪਰਮਾਤਮਾ ਦੇ ਕੋਲੋਂ ਜਦੋਂ ਮੰਗਣਾ ਗੁਰੂ ਦੇ ਦੁਆਰੇ ਤੇ ਸਿਧਾਂਤ ਹੀ ਹੈ ਕਿ ਸਰਬੱਤ ਦਾ ਭਲਾ, ਸਭੇ ਸਾਂਝੀ ਵਾਲ ਸਦਾਇਨ। ਔਰ ਗੁਰਮੁਖ ਪਿਆਰਿਓ, ਇੱਥੇ ਵੈਰ ਵਿਰੋਧ ਵਿਸਰ ਗਈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਗੁਰੂ ਦਾ ਸਿਧਾਂਤ ਭਾਈ ਕਨ੍ਹਈਆ ਜੀ ਨੇ ਕਮਾਉਣਾ ਕੀਤਾ। ਸਤਿਗੁਰੂ ਨਾਨਕ ਸਾਹਿਬ ਕਹਿੰਦੇ ਨਮਸਕਾਰ ਹੈ ਉਸ ਪਰਮਾਤਮਾ ਨੂੰ ਸਾਡੀ, ਜਿਹੜਾ ਆਦ ਵਿੱਚ, ਭਾਵ ਜਦੋਂ ਕੁਝ ਵੀ ਨਹੀਂ ਸੀ, ਜਿਹੜਾ ਅਨੀਲ ਹੈ, ਜਿਹੜਾ ਗੁਰਮੁਖ ਪਿਆਰਿਓ ਰੰਗਾਂ ਤੋਂ ਵੀ ਰਹਿਤ ਹੈ, ਦਾਗਾਂ ਤੋਂ ਵੀ ਰਹਿਤ ਹੈ, ਬੇਦਾਗ ਹੈ, ਅਨਾਦ, ਜਿਹਦਾ ਆਦਿ ਅੰਤ ਕੋਈ ਨਹੀਂ। ਕੋਈ ਨਹੀਂ ਕਹਿ ਸਕਦਾ ਪਰਮਾਤਮਾ ਕਿਸ ਵੇਲੇ ਪੈਦਾ ਹੋਇਆ ਜਾਂ ਸੰਸਾਰ ਕਦੋਂ ਪੈਦਾ ਕੀਤਾ ਪਰਮਾਤਮਾ ਨੇ। ਅਨਾਹਤ, ਜਿਹੜਾ ਨਾਸਵੰਤ ਨਹੀਂ ਹੈ। ਗੁਰਮੁਖ ਪਿਆਰਿਓ, ਵਾਹਿਗੁਰੂ ਪਰਮਾਤਮਾ ਜੁਗ ਜੁਗ ਏਕੋ ਵੇਸ਼, ਤੇ ਸਾਰੇ ਯੁੱਗਾਂ ਦੇ ਅੰਦਰ ਉਸ ਦਾ ਵੇਸ਼ ਇੱਕੋ, ਦੀ ਜੋਤ ਜਿਹੜੀ ਉਹ ਸੁਭਾਇਮਾਨ ਰਹਿੰਦੀ ਹੈ। ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ 29ਵੀਂ ਪੌੜੀ ਦੇ ਵਿੱਚ ਉਪਦੇਸ਼ ਬਖਸ਼ਿਆ, ਜਿਸ ਦੀ ਸੰਖੇਪ ਜੇ ਅਖਰੀ ਅਰਥਾਂ ਦੇ ਅੰਦਰ ਆਪਾਂ ਵਿਚਾਰ ਸਰਵਣ ਕੀਤੀ ਹੈ। ਆਓ ਗੁਰਮੁਖ ਪਿਆਰਿਓ, ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਦੱਸਿਆ ਸੀ ਕਿ ਜੂਨ 84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ ਅੱਜ ਭੋਗ ਪਾਏ ਜਾਣੇ, ਉਹਨਾਂ ਸ਼ਹੀਦਾਂ ਦਾ ਦਿਨ ਥਾਂ ਥਾਂ ਤੇ ਮਨਾਇਆ ਜਾਂਦਾ। ਪੰਥਕ ਵਿਚਾਰਾਂ ਹੁੰਦੀਆਂ ਨੇ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਥਾਂ ਥਾਂ ਤੇ ਪੂਰੇ ਸੰਸਾਰ ਦੇ ਅੰਦਰ। ਅਮਰੀਕਾ ਤੋਂ ਲੈ ਕੇ ਨਿਊਜ਼ੀਲੈਂਡ ਦੀ ਧਰਤੀ ਤੱਕ ਜਿੱਥੇ ਵੀ ਦੁਨੀਆ ਵਸਦੀ ਹੈ, ਚਾਹੇ ਉਹ ਫੋਰਨ ਕੰਟਰੀਆਂ, ਚਾਹੇ ਉਹ ਅਰਬ ਕੰਟਰੀਆਂ, ਯੂਰਪ ਕੰਟਰੀਆਂ, ਏਸ਼ੀਅਨ ਕੰਟਰੀਆਂ, ਜਿੱਥੇ ਵੀ ਦੁਨੀਆ ਵਸਦੀ ਹੈ ਔਰ ਗੁਰੂ ਕਾ ਸਿੱਖ ਵਸਦਾ, ਉੱਥੇ ਸ਼ਹੀਦਾਂ ਨੂੰ ਨਤਮਸਤਕ ਹੋ ਰਿਹਾ। ਜੋ ਜੂਨ 1984 ਦੇ ਅੰਦਰ ਜੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕੀਤਾ ਗਿਆ,
ਔਰ ਜਿਨ੍ਹਾਂ ਸ਼ਹਾਦਤਾਂ ਦੇ ਜਾਮ ਪੀਤੇ, ਜਿਹੜੇ ਗੁਰਪੁਰਬ ਮਨਾਉਣ ਗਏ ਸਨ ਤੇ ਜਿਹੜੇ ਯੋਧੇ ਗੁਰਦੁਆਰਿਆਂ ਗੁਰਧਾਮਾਂ ਦੀ ਆਣ ਸ਼ਾਨ ਲਈ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਜਰਨਲ ਸੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਤੇ ਹੋਰ ਬਹੁਤ ਸਾਰੇ ਅਨੇਕਾਂ ਸਿੰਘ ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਆਣ ਸ਼ਾਨ ਵਾਸਤੇ ਗੁਰਮੁਖ ਪਿਆਰਿਓ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਫੌਜਾਂ ਦਾ, ਕਿਉਂਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਸ਼ਹਾਦਤਾਂ ਦਾ ਜਾਮ ਪੀਤਾ ਗੁਰੂ ਦੇ ਆਸੇ ਅਨੁਸਾਰ, ਜੋ ਸੂਰਾ ਤਿਸੀ ਹੀ ਹੋਏ ਮਰਨਾ, ਜੋ ਭਾਗੇ ਤੇ ਜੋਨੀ ਫਿਰਨਾ, ਦਾਗੇ ਹੋਏ ਸੋ ਰਣ ਮੈਂ ਜੂਝਾਂ ਬਿਨ ਦਾਗੇ ਭਗ ਜਾਈ। ਉਹਨਾਂ ਸ਼ਹੀਦਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ ਸਾਰੀਆਂ ਸੰਸਥਾਵਾਂ ਵੱਲੋਂ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਅੱਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ 6 ਜੂਨ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਸਮਾਗਮ ਹੋਣਗੇ। ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਉਪਰਾਲੇ ਕੀਤੇ ਗਏ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਪ੍ਰੋਗਰਾਮ ਉਲੀਕੇ ਗਏ ਆ। ਔਰ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਦਮਦਮੀ ਟਕਸਾਲ ਦੇ ਅਸਥਾਨ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਮਹਿਤਾ, ਉਹਨਾਂ ਦੇ ਵੱਲੋਂ 6 ਜੂਨ ਨੂੰ ਦੁਪਹਿਰ ਦੇ ਸਮਾਗਮ ਮਹਿਤਾ ਚੌਂਕ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਕੀਤੇ ਜਾ ਰਹੇ ਹੈ। ਔਰ ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਸੰਗਰਾਵਾਂ, ਉਹਨਾਂ ਦੇ ਵੱਲੋਂ ਵੀ ਉਹਨਾਂ ਸ਼ਹੀਦਾਂ ਦੇ ਸਮਾਗਮ ਕੀਤੇ ਜਾ ਰਹੇ ਹੈ। ਔਰ ਇਸੇ ਤਰ੍ਹਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਜੋ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਵਿਖੇ ਸਮਾਗਮ ਕੀਤੇ ਜਾ ਰਹੇ ਹੈ। ਜਰਨਲ ਸੁਬੇਗ ਸਿੰਘ ਜੀ ਦੇ ਨਗਰ ਖਿਆਲਾ ਨਗਰ ਵਿਖੇ ਇਹ ਸਮਾਗਮ ਕੀਤੇ ਜਾ ਰਹੇ ਸ਼ਹੀਦਾਂ ਨੂੰ ਨਤਮਸਤਕ ਹੋਣ ਵਾਸਤੇ, ਜਿਨ੍ਹਾਂ ਨੇ ਕੁਰਬਾਨੀ ਕੀਤੀ। ਪੂਰੇ ਸੰਸਾਰ ਦੇ ਅੰਦਰ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਹੋ ਰਿਹਾ। ਅਸੀਂ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਦੇ ਹਾਂ ਤੇ ਮੈਂ ਵਧਾਈ ਦਿੰਦਾ, ਮੁਬਾਰਕ ਦਿੰਦਾ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਕਿ ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੇ ਆ, ਕਿਉਂਕਿ ਆਪਣੇ ਇਤਿਹਾਸ ਨੂੰ ਯਾਦ ਰੱਖਣਾ, ਸਾਡੇ ਨਾਲ ਕੀ ਵਧੀਕੀਆਂ ਹੋਈਆਂ, ਕਿਹੜਾ ਸਾਡਾ ਦੁਸ਼ਮਣ ਬਣਿਆ, ਕਿਹੜਾ ਮਿੱਤਰ ਬਣਿਆ, ਕਿੰਨੇ ਸਾਡੀ ਬਾਹ ਫੜੀ ਔਰ ਕਿੰਨੇ ਸਾਡੇ ਪਿੱਠ ਵਿੱਚ ਛੁਰੇ ਮਾਰੇ, ਸਾਰਾ ਕੁਝ ਸਾਨੂੰ ਯਾਦ ਰੱਖਣਾ ਚਾਹੀਦਾ। ਮੈਂ ਬੇਨਤੀ ਕਰਦਿਆਂ, ਜੇ ਇਤਿਹਾਸ ਭੁੱਲ ਗਏ, ਉਹੀ ਕੌਮਾਂ ਜਹਾਨ ਤੇ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ। ਅੰਤ ਪੈਣਾ ਇਹ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਕੁਰਬਾਨੀਆਂ ਦਾ ਹਮੇਸ਼ਾ ਪੁੱਲ ਪੈਂਦਾ। ਝੂਠ ਦੇ ਬੱਦਲ ਬਹੁਤਾ ਚਿਰ ਸੂਰਜ ਨੂੰ ਢੱਕ ਕੇ ਨਹੀਂ ਰੱਖ ਸਕਦੇ। ਬੱਦਲ ਫਟ ਜਾਂਦੇ, ਛੱਡ ਜਾਂਦੇ ਆ ਤੇ ਸੂਰਜ ਦੀ ਰੋਸ਼ਨੀ ਸੰਸਾਰ ਤੇ ਪੈਂਦੀ ਹੈ। ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਇਹ ਜਿਹੜਾ ਸਮੇਂ-ਸਮੇਂ ਅਨੁਸਾਰ ਚੱਕਰਕਾਰੀ ਦਮਨ ਚੱਲਦਾ ਸਰਕਾਰਾਂ ਦੇ, ਬਹੁਤਾ ਚਿਰ ਨਹੀਂ। ਹੱਕ ਸੱਚ ਤੇ ਖੜਨ ਵਾਲੇ ਯੋਧਿਆਂ ਦਾ ਮੁੱਲ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਅੱਜ ਸਿਜਦਾ ਕਰ ਰਹੇ ਆ। ਖਿਦਰਾਣੇ ਦੀ ਢਾਬ ਤੇ 40 ਮੁਕਤਿਆਂ ਨੂੰ ਸਿਜਦਾ ਕਰ ਰਹੇ ਆ। ਕਿੱਡਾ ਵੱਡਾ ਇਤਿਹਾਸ ਹੈ, ਜ਼ਿਕਰ ਕਰਨ ਤੇ ਬੜਾ ਲੰਬਾ ਸਮਾਂ ਚਾਹੀਦਾ। ਅਸੀਂ ਤੇ ਗੁਰੂਆਂ ਦਾ, ਆਪਣੇ ਸ਼ਹੀਦਾਂ ਦਾ ਇਤਿਹਾਸ ਕਰੋੜਾਂ ਜਨਮ ਲੈ ਕੇ ਕਰੋੜਵਾਂ ਹਿੱਸਾ ਵੀ ਬਿਆਨ ਨਹੀਂ ਕਰ ਸਕਦੇ। ਇੱਕੋ ਬੇਨਤੀ ਹੈ, ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣਾ ਤੇ ਜਿਨ੍ਹਾਂ ਨੇ ਉਸ ਢੱਠੇ ਅਕਾਲ ਤਖਤ ਸਾਹਿਬ ਦਾ ਬਦਲਾ ਲੈਣ ਵਾਸਤੇ ਗੁਰਮੁਖ ਪਿਆਰਿਓ ਹਥਿਆਰਬੰਦ ਰਾਹ ਚੁਣਿਆ, ਉਹ ਕੋਈ ਅਪਰਾਧੀ ਪਿਛੋਕੜ ਦੇ ਨਹੀਂ। ਮੈਂ ਅਕਸਰ ਬੇਨਤੀ ਕਰਦਾ ਹੁੰਨਾ, ਉਹ ਕ੍ਰਿਮੀਨਲ ਪਰਿਵਾਰਾਂ ਦੇ ਨਹੀਂ, ਉਹ ਪੜ੍ਹੇ ਲਿਖੇ ਨੌਜਵਾਨ, ਵੈਲ ਸੈਟਲਡ ਆਪਣੇ ਪਰਿਵਾਰਾਂ 'ਚ ਰਹਿਣ ਵਾਲੇ ਤੇ ਅੱਜ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਨਜ਼ਰਬੰਦ ਨੇ। ਉਹਨਾਂ ਦੀ ਬੰਦੀ ਸਿੰਘਾਂ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ, ਉਹਨਾਂ ਦੀਆਂ ਰਿਹਾਈਆਂ ਸੰਬੰਧੀ ਪੰਥ ਵੱਲੋਂ ਸੰਘਰਸ਼ ਹੋ ਰਿਹਾ। ਭਾਰਤ ਸਰਕਾਰ ਵੱਲੋਂ, ਸੰਬੰਧਿਤ ਸਰਕਾਰਾਂ ਵੱਲੋਂ ਪਿਛਲੇ ਸਮੇਂ ਕੁਝ ਬੰਦੀ ਸਿੰਘ ਰਿਹਾ ਵੀ ਕੀਤੇ ਗਏ ਹੈ, ਕੁਝ ਦੀਆਂ ਪੈਰੋਲਾਂ ਵੀ ਹੋਈਆਂ ਨੇ, ਜੇਲ੍ਹ ਤਬਦੀਲੀਆਂ ਵੀ ਹੋਈਆਂ ਜਿਨ੍ਹਾਂ ਕੌਮ ਲਈ ਕੁਰਬਾਨੀ ਕੀਤੀ ਹੈ। ਗੁਰਮੁਖ ਪਿਆਰੇ, ਉੱਥੇ ਅਸੀਂ ਸ਼ਲਾਘਾ ਕਰਦੇ ਉਹਨਾਂ ਸਰਕਾਰਾਂ ਦੀ, ਪਰ ਜੋ ਰਹਿੰਦੇ ਆ ਉਹਨਾਂ ਵਾਸਤੇ ਵੀ ਸਰਕਾਰਾਂ ਨੂੰ ਉਦਮ ਕਰਨਾ ਚਾਹੀਦਾ। ਪੰਥ ਦੀਆਂ ਸੰਸਥਾਵਾਂ ਵੱਲੋਂ ਉਪਰਾਲੇ ਹੋ ਰਹੇ ਆ, ਸ਼ਲਾਘਾ ਆ। ਪੰਥ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਆ, ਸ਼ਲਾਘਾਯੋਗ ਹੈ। ਪਰ ਇਹਦੇ 'ਚ ਦੇਖਣਾ ਜ਼ਰੂਰ ਚਾਹੀਦਾ
कि बंदी बनाए किन्ना, जिन्हां ने बंदी बनाए अपने राज भाग के दौरान वो इन्हां कमेटियां दे मैंबर नहीं होने चाहिए। मैं पिछले समय च इतराज भी किया सी, पर साडे पंथ दे हालात मैं हैरान होना, जिन्हां ने इन्ना नुकसान किया पंथ ते काबज हो गए। पंथ दे नां ते अज पता नहीं किहड़े साबण ते शैंपू दे नाल नहा लए आ कि अज फिर साडे जिहड़े पंथक कहाउंदे लोग आ फिर उन्हां नाल गलवकड़ियां पा रहे। मैं बड़ा हैरान, पता नहीं किहड़ी पॉलिश मारी है कि मुड़ के पॉलिश मार के चमका दिते। उन्हां दे सारे गुनाह, उन्हां दा बरगाड़ी कांड मुक गया, चौड़ सिंधवा मुक गया, उन्हां दा बंदी ਸਿੰਘਾਂ ਨੂੰ बंदी बनाउण दा, ਜਿਹੜੇ ਬੰਦੀਆਂ ਦੀ ਰਿਹਾਈ ਮੰਗਦੇ ਉਹ ਬੰਦੀ ਬਣਾ ਦਿੱਤੇ। ਉਹ ਸਾਰਾ ਕੁਝ ਮੰਗ ਮੁੱਕ ਗਿਆ। ਆਪਣੀਆਂ ਸਿਆਸੀ ਲਾਲਸਾਵਾਂ ਦੇ ਕਾਰਨ ਅੱਜ ਉਹਨਾਂ ਨਾਲ ਗਲ ਵਕੜੀਆਂ ਪਾਈਆਂ ਜਾ ਰਹੀਆਂ। ਜਿਨ੍ਹਾਂ ਗੁਨਾਹ ਕੀਤੇ ਉਹਨਾਂ ਨੂੰ ਕਟਹਿਰੇ 'ਚ ਨਹੀਂ ਖੜਾ ਕਰਾਂਗੇ ਤਾਂ ਫਿਰ ਪੰਥ ਦੀ ਗੱਲ ਨੂੰ ਕਿਵੇਂ? ਇਦਾਂ ਤੇ ਕੋਈ ਵੀ ਪੰਥ ਦਾ ਨੁਕਸਾਨ ਕਰਕੇ ਮੁੜ ਕੇ ਪੰਥ 'ਚ ਸ਼ਾਮਲ ਹੋ ਜਾਇਆ ਕਰੂਗਾ, ਫਿਰ ਪੌਲਿਸ਼ ਵੱਜ ਜਾਊ। ਨਹੀਂ ਨਹੀਂ ਗੁਰਮੁਖ ਪਿਆਰਿਓ, ਇਸ ਗੱਲ ਤੋਂ ਸੁਚੇਤ ਹੋਣਾ। ਇਸ ਗੱਲ ਤੋਂ ਪੰਥ ਨੇ ਆਵਾਜ਼ ਬੁਲੰਦ ਕਰਨੀ ਆ ਬੰਦੀਆਂ ਦੀ ਰਿਹਾਈ ਲਈ, ਪਰ ਜਿਹੜੇ ਬੰਦੀਆਂ ਦੇ ਨਾਂ ਤੇ ਸਿਆਸਤ ਕਰਕੇ ਅੱਜ ਮੁੜ ਆਕਸੀਜਨ ਲੈਣਾ ਚਾਹੁੰਦੇ ਆ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰਨਾ। ਇਤਰਾਜ਼ ਕੀਤਾ ਦਾਸ ਨੇ ਵੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ, ਹੋਰ ਬਹੁਤ ਸਾਰੀਆਂ ਪੰਥਕ ਸੰਸਥਾਵਾਂ ਦੇ ਵੱਲੋਂ ਕਿ ਇਹਨਾਂ ਤੋਂ ਬਿਨਾਂ, ਜਿਨ੍ਹਾਂ ਨੇ ਨੁਕਸਾਨ ਕੀਤਾ ਇਹਨਾਂ ਤੋਂ ਬਿਨਾਂ ਬੰਦੀ ਨਹੀਂ ਰਿਹਾ ਸਕਦੇ। ਹੋ ਸਕਦਾ ਉਹ ਸਗੋਂ ਅੜਿੱਕਾ ਬਣ, ਰੁਕਾਵਟ ਬਣ, ਉਹਨਾਂ ਰੁਕਾਵਟਾਂ ਨੂੰ ਤੇ ਦੂਰ ਕਰਨਾ। ਪਰ ਅੱਜ ਸਾਡੇ ਕਈ ਪੰਥਕ ਵੀਰ ਜਿਨ੍ਹਾਂ ਪੰਥ ਲਈ ਸੰਘਰਸ਼ ਹੰਢਾਇਆ, ਪਤਾ ਨਹੀਂ ਕਿਹੜੀਆਂ ਨਿੱਜੀ ਲਾਲਸ਼ਾਵਾਂ ਦੇ ਵਿੱਚ ਉਹਨਾਂ ਨੂੰ ਗਲ ਵਕੜੀਆਂ ਪਾ ਰਹੇ ਨੇ, ਉਹਨਾਂ ਦੇ ਗੁਨਾਹਾਂ ਨੂੰ ਖੁਦ ਹੀ ਮਾਫੀਨਾਮੇ ਜਾਰੀ ਕਰ ਰਹੇ ਆ। ਇਹ ਬਹੁਤ ਹੀ ਗੁਰਮੁਖ ਪਿਆਰਿਓ ਨੁਕਸਾਨ ਦੇ ਪੰਥ ਵਾਸਤੇ ਆਉਣ ਵਾਲੇ ਸਮੇਂ 'ਚ ਸਾਬਤ ਹੋਵੇਗਾ, ਜਿਹਦੇ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ। ਪੰਥ ਦੀ ਚੜ੍ਹਦੀ ਕਲਾ ਲਈ ਥਾਂ ਥਾਂ ਉਪਰਾਲੇ ਹੋ ਰਹੇ ਆ। ਅੱਜ ਵੀ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਨਾਨਕ ਭਵਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਸੰਸਥਾਵਾਂ ਦੇ ਵੱਲੋਂ ਵੱਡੀ ਇਕੱਤਰਤਾ ਕੀਤੀ ਜਾ ਰਹੀ ਹੈ ਕਿ ਪੰਥ ਤੇ ਪੰਜਾਬ ਦਾ ਭਲਾ, ਸਾਡੀ ਜ਼ਬਾਨੀ ਦਾ ਭਲਾ, ਸਾਡੀ ਕਿਸਾਨੀ ਦਾ ਭਲਾ, ਸਾਡੇ ਪੰਥ ਤੇ ਪੰਜਾਬ ਦਾ ਭਲਾ ਔਰ ਸੰਸਾਰ ਵਿੱਚ ਵਸਦੀ ਸਾਡੀ ਕੌਮ, ਉਹਦੇ ਭਲੇ ਵਾਸਤੇ ਜਿਹੜੀਆਂ ਸਿਰ ਜੋੜ ਕੇ ਬੈਠ ਕੇ ਵਿਚਾਰਾਂ ਕੀਤੀਆਂ ਜਾਣ। ਮੈਂ ਵਧਾਈ ਦਿੰਦਾ ਸਾਰਿਆਂ ਨੂੰ ਜਿਹੜੇ ਇਸ ਬਾਰੇ ਸੋਚ ਰਹੇ, ਇੱਧਰ ਉਪਰਾਲੇ ਹੋ ਰਹੇ ਆ। ਪਰ ਗੁਨਾਹਗਾਰਾਂ ਨੂੰ ਗੁਨਾਹਗਾਰਾਂ ਦੀ ਲਿਸਟ ਵਿੱਚ ਰੱਖਣਾ ਪਵੇਗਾ, ਉਹਨਾਂ ਨੂੰ ਸਰਵਾਈਵ ਕਰਨ, ਉਹਨਾਂ ਨੂੰ ਆਕਸੀਜਨ ਦੇਣ ਜਾਂ ਉਹਨਾਂ ਨੂੰ ਪੌਲਿਸ਼ ਮਾਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਪੰਥ ਜਿਹੜਾ ਹੈ ਉਹ ਇਸ ਗੱਲ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਆਓ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ। ਪਿਛਲੇ ਦਿਨਾਂ 'ਚ ਅਰਦਾਸ ਸਮਾਗਮ ਵੀ ਹੋਏ ਆ, ਆਉਣ ਵਾਲੇ ਸਮੇਂ 'ਚ ਵੀ ਕੀਤੇ ਜਾਣ। ਪੰਥ ਪੰਜਾਬ ਦੀ ਚੜ੍ਹਦੀ ਕਲਾ ਲਈ, ਮਨੁੱਖਤਾ ਦੀ ਚੜ੍ਹਦੀ ਕਲਾ ਲਈ ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਵਾਸਤੇ ਉਪਰਾਲੇ ਕੀਤੇ ਜਾਣ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। 2 ਦਿਨ ਦੀ ਹਾਜ਼ਰੀ ਦੇ ਦੌਰਾਨ ਬੇਅੰਤ ਭੁੱਲਾਂ ਹੋਈਆਂ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਤੇ ਸੰਗਤਾਂ ਬਖਸ਼ਣਯੋਗ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਕੱਲ ਦੀ ਹਾਜ਼ਰੀ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋ PTC ਸਿਮਰਨ ਦੇ ਉੱਤੇ ਲਾਈਵ ਟੈਲੀਕਾਸਟ ਹੁੰਦਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ, 1 ਦਿਨ ਦੀ ਹਾਜ਼ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ, ਜਿਵੇਂ 2 ਦਿਨ ਦੀ ਹਾਜ਼ਰੀ ਬਾਲਾ ਪ੍ਰੀਤਮ ਸਤਿਗੁਰ ਦੇ ਸਥਾਨ ਤੇ ਗੁਰੂ ਦੇ ਚਰਨਾਂ 'ਚ ਲੱਗੀ ਹੈ। ਕੱਲ ਦੀ ਹਾਜ਼ਰੀ ਉੱਥੇ ਲਾ ਕੇ ਆਪ ਸੰਗਤਾਂ ਤੋਂ ਖਿਮਾ ਮੰਗਣੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਦਾਸ ਦੀਆਂ ਭੁੱਲਾਂ ਦਾਸ ਦੀ ਝੋਲੀ ਪਾਇਓ ਤਾਂ ਕਿ ਅਗਾਂਹ ਤੋਂ ਸੋਧ ਕੇ ਤੁਹਾਡੇ ਚਰਨਾਂ 'ਚ ਰੱਖ ਸਕੀਏ। ਔਰ ਜੋ ਗੁਰਮਤ ਅਨੁਸਾਰ, ਬਾਣੀ ਅਨੁਸਾਰ ਜਿਹੜੇ ਬਚਨ ਸਤਿਗੁਰ ਨੇ ਕਰਵਾ ਲਏ ਆ, ਉਹਨੂੰ ਆਪਾਂ ਸਾਰਿਆਂ ਨੇ ਹਿਰਦੇ 'ਚ ਵਸਾਉਣ ਦੀ ਕੋਸ਼ਿਸ਼ ਕਰਨਾ। ਤਿਆਰ ਬਰ ਤਿਆਰ ਹੋਣਾ, ਬਾਣੀ ਬਾਣੇ ਦੇ ਧਾਰਨੀ ਔਰ ਗੁਰੂ ਕੇ ਸਿਧਾਂਤਾਂ, ਗੁਰੂ ਦੀਆਂ ਬਖਸ਼ਿਸ਼ਾਂ ਦੇ ਨਾਲ ਜੁੜਨਾ। ਝੁਕਾਓ ਸੀਸ ਸਤਿਗੁਰਾਂ ਨੂੰ ਤੇ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।